ਪੜ੍ਹੋ, ਸੁਣੋ, ਦੇਖੋ ਸਾਹਿਤ ਪਾਠ। ਜਸਵੰਤ ਸਿੰਘ ਕੰਵਲ ਦੁਆਰਾ ਰਚਿਤ ਨਾਵਲ ਰੂਪਧਾਰਾ ਦੇ ਇਹ 9ਵੇਂ ਕਾਂਡ ਦਾ ਤੀਜਾ ਭਾਗ। ਕੇਸਰ 1 ਮਹੀਨੇ ਦੀ ਛੁੱਟੀ ਆ ਗਿਆ। ਜਦ ਉਸ ਰੂਪ ਨੂੰ ਆਪਣੇ ਪੈਰਾਂ ਉੱਤੇ ਠਾਠ ਨਾਲ ਖਲੋਤਿਆਂ ਵੇਖਿਆ, ਉਸ ਦਾ ਅੰਦਰ ਪ੍ਰਸੰਨਤਾ ਨਾਲ ਭਰ ਗਿਆ। ਤਾਰੀਫ ਨੂੰ ਰੋਕਦਿਆਂ ਉਸ ਲਾ ਕੇ ਆਖਿਆ, ਉਹ ਜਦੋਂ ਤੀਵੀਂ ਆਪਣੇ ਪੈਰਾਂ ਤੇ ਖਲੋ ਜਾਵੇ, ਉਸ ਨੂੰ ਮਰਦ ਦੀ ਪਰਵਾਹ ਹੀ ਨਹੀਂ ਘਟ ਜਾਂਦੀ, ਸਗੋਂ ਪਿਆਰ ਵੀ ਪਤਲਾ ਪਾ ਦਿੰਦੀ ਹੈ। ਰੂਪ ਹਾਸਾ ਨਾ ਰੋਕ ਸਕੀ। ਤਾਂ ਹੁਣ ਮੈਂ ਸਮਝਾਂ ਮਿਸਟਰ ਖੁੰਡੀ ਖਾਂ ਹਿੱਟਾਂ ਮਾਰਨ ਤੇ ਉਤਰ ਆਏ ਹਨ। ਅਸਲ ਗੱਲ ਇਹ ਹੈ ਕਿ ਜੇ ਤੀਵੀਂ ਕਮਾਉਣ ਲੱਗ ਪਏ, ਮਰਦ ਨੂੰ ਸਾੜਾ ਹੋਣ ਲੱਗ ਪੈਂਦਾ ਏ। ਉਹ ਸਰਦਾ ਦੋਹਾਂ ਧਿਰਾਂ ਨੂੰ ਨਹੀਂ, ਇੱਕ ਦੂਜੇ ਬਿਨਾਂ। ਰੂਪ ਆਪਣੀ ਥਾਂ ਕੰਮ ਅਤੇ ਡਿਊਟੀ ਕਾਰਨ ਸੰਜੀਦਾ ਹੋ ਗਈ ਸੀ, ਪਰ ਕੇਸਰ ਨੂੰ ਹੁਣ ਵੀ ਪਹਿਲਾਂ ਵਰਗੀ ਜਜ਼ਬਾਤੀ ਰੂਪ ਚਾਹੀਦੀ ਸੀ। ਪਿਆਰ ਦੇ ਪਤਲਾ ਪੈਣ ਦਾ ਸਵਾਲ ਨਹੀਂ ਪੈਦਾ ਹੋਇਆ ਸੀ, ਸਗੋਂ ਸਮਾਜੀ ਹਾਲਤ ਨਾਲ ਕੇਸਰ ਆਪੂ ਨਹੀਂ ਬਦਲ ਸਕਿਆ ਸੀ। ਫੌਜੀ ਘੇਰੇ 'ਚ ਕੁਝ ਬਦਲਣ ਦੀ ਗੁੰਜਾਇਸ਼ ਘਟ ਰਹੀ ਸੀ ਅਤੇ ਲੰਮੇ ਵਿਛੋੜੇ ਨੇ ਗਿਲੇ ਸ਼ਿਕਵਿਆਂ ਲਈ ਥਾਂ ਪੈਦਾ ਕਰ ਦਿੱਤੀ ਸੀ। ਕੇਸਰ ਚੋਟਾਂ ਲਾਉਣ ਵਿੱਚ ਸਵਾਦ ਵੀ ਲੈ ਰਿਹਾ ਸੀ। ਤੈਨੂੰ ਤਾਂ ਸਰਦਾਰਨੀਆਂ ਸਰ ਜਾਵੇਗਾ, ਮੈਨੂੰ ਹੀ ਨਹੀਂ ਸਰਨਾ। ਰੂਪ ਦੀ ਇੱਕ ਤਰ੍ਹਾਂ ਚੀਕ ਨਿਕਲਣ ਵਾਲੀ ਹੋ ਗਈ, ਪਰ ਡਾਢਾ ਜ਼ਬਤ ਕਰਦਿਆਂ ਬੋਲੀ, ਮੈਨੂੰ ਕਿਵੇਂ ਸਰ ਜਾਵੇਗਾ? ਤਨਖਾਹ ਤੈਨੂੰ ਮੇਰੇ ਜਿੰਨੀ ਮਿਲਦੀ ਹੈ, ਬੱਚੇ ਕੋਲ, ਮਾਪੇ ਕੋਲ, ਤੇ ਹੁਣ ਭਰਾ ਤੇ ਗੁਰੂ ਵੀ ਪੈਦਾ ਕਰ ਲਏ। ਘਾਟਾ ਕਿਹੜੀ ਚੀਜ਼ ਦਾ ਰਹਿ ਗਿਆ? ਸਾਰੀਆਂ ਗੱਲਾਂ ਕਹਿ ਦੇਣ ਦੇ ਬਾਵਜੂਦ ਕੇਸਰ ਆਪਣੀ ਅਹਿਮੀਅਤ ਨੂੰ ਸ਼ਰਾਰਤ ਨਾਲ ਬੁੱਲ੍ਹਾ ਹੇਠ ਦਬਾਈ ਬੈਠਾ ਸੀ। ਇਹ ਸਾਰੇ ਰਲ ਕੇ ਵੀ ਤੁਹਾਡੀ ਖਾਲੀ ਥਾਂ ਨਹੀਂ ਪੂਰ ਸਕਦੇ। ਰੂਪ ਨੇ ਇੱਕ ਹੌਕਾ ਖਿੱਚ ਕੇ ਆਪਣਾ ਆਪ ਜਜ਼ਬੇ ਨਾਲ ਭਰ ਲਿਆ। ਕੇਸਰ ਦੀਆਂ ਸਾਰੀਆਂ ਸ਼ੱਕਾਂ ਤੇ ਚੋਟਾਂ ਮਾਰ ਖਾ ਕੇ ਰਹਿ ਗਈਆਂ। ਰੂਪ ਨੂੰ ਕੁਝ ਛੁੱਟੀਆਂ ਆ ਗਈਆਂ। ਛੁੱਟੀਆਂ 'ਚ ਉਹ ਸ਼ੇਰਿਆਣੇ ਚਲੇ ਗਏ। ਉੱਥੇ ਤਾਰੇ ਦੇ ਮੰਗਣੇ ਦਾ ਝਗੜਾ ਨਵੀਂ ਲੀਹ ਫੜ ਗਿਆ ਸੀ। ਦੁੱਲਾ ਸਿੰਘ ਅਨਪੜ੍ਹ ਕੁੜੀ ਦਾ ਸਾਕ ਲੈਣਾ ਚਾਹੁੰਦਾ ਸੀ। ਉਸਦੇ ਖਿਆਲ ਵਿੱਚ ਪੜ੍ਹੀਆਂ ਲਿਖੀਆਂ ਕੁੜੀਆਂ ਮੁੰਡਿਆਂ ਨੂੰ ਮਾਪਿਆਂ ਕੋਲੋਂ ਖੋਹ ਲੈਂਦੀਆਂ ਹਨ। ਰੂਪ ਦਾ ਕੇਸਰ ਨੂੰ ਆਪਣੇ ਪਿੱਛੇ ਲਾਉਣਾ ਉਸਦੇ ਪੁਰਾਣੇ ਵਿਚਾਰ ਨੂੰ ਸਹੀ ਸਾਬਤ ਕਰਦਾ ਸੀ। ਉਸ ਆਪਣੀ ਅਖਲਾਕੀ ਕਮਜ਼ੋਰੀ ਵੱਲ ਧਿਆਨ ਮਾਰਨ ਦੀ ਕਦੇ ਖੇਚਲ ਨਹੀਂ ਸੀ ਕੀਤੀ। ਕੇਸਰ ਅਤੇ ਰੂਪ ਦੇ ਘਰ ਆ ਜਾਣ ਨਾਲ ਤਾਰਾ ਆਪਣੇ ਆਪ ਨੂੰ ਘਰ ਵਿੱਚ ਤਕੜਾ ਨਹੀਂ ਤਾਂ ਬਰਾਬਰ ਦਾ ਜ਼ਰੂਰ ਸਮਝਣ ਲੱਗ ਪਿਆ। ਗੁਰਦੇਵ ਤੇ ਮੁਖਤਿਆਰੋ ਛੇਤੀ ਭਰਾ ਦਾ ਵਿਆਹ ਵੇਖਣਾ ਚਾਹੁੰਦੀਆਂ ਸਨ। ਉਹਨਾਂ ਨੂੰ ਪੜ੍ਹੇ ਅਨਪੜ੍ਹੇ ਸਾਕ ਦੀ ਪਰਵਾਹ ਘੱਟ ਸੀ। ਇੰਨਾ ਉਹ ਜ਼ਰੂਰ ਸੋਚਦੀਆਂ ਸਨ ਕਿ ਸੋਹਣੀ ਵਹੁਟੀ ਨਾਲ ਘੱਟ ਤੋਂ ਘੱਟ ਰੂਪ ਜਿੰਨਾ ਦਾਜ ਜ਼ਰੂਰ ਆ ਜਾਵੇ। ਦੁੱਲਾ ਸਿੰਘ ਅਤੇ ਰਤਨ ਸਿੰਘ ਤੇਜੋ ਦੀ ਭਤੀਜੀ ਦੇ ਸਾਕ ਲਈ ਜ਼ੋਰ ਪਾ ਰਹੇ ਸਨ। ਤਾਰਾ ਦਿਲੋਂ ਬਿਲਕੁਲ ਰਾਜ਼ੀ ਨਹੀਂ ਸੀ, ਪਰ ਉਸ ਭਰਾ ਅਤੇ ਬਾਪੂ ਨੂੰ ਸਾਹਮਣਾ ਜਵਾਬ ਹਾਲੇ ਕੋਈ ਨਹੀਂ ਸੀ ਦਿੱਤਾ। ਕੇਸਰ ਅਤੇ ਰੂਪ ਦੀ ਸ਼ਹਿ ਕਾਰਨ ਉਹ ਸਾਫ਼ ਨਾ ਕਰ ਦਿੱਤੀ। ਤਾਰੇ ਦੇ ਨਾ ਕਰ ਦੇਣ ਤੇ ਦੁੱਲਾ ਸਿੰਘ ਸੜ ਬਲ ਗਿਆ। ਤੇਜੋ ਨੇ ਉਸਦੇ ਕੰਨ ਵਿੱਚ ਫੂਕ ਮਾਰ ਦਿੱਤੀ ਕਿ ਤਾਰੇ ਨੂੰ ਰੂਪ ਨੇ ਚੁੱਕਿਆ ਏ, ਨਹੀਂ ਤਾਂ ਕਦੇ ਨਾ ਕਰਦਾ। ਇਹ ਗੱਲ ਕਿਸੇ ਹੱਦ ਤੱਕ ਠੀਕ ਵੀ ਸੀ ਅਤੇ ਇਸੇ ਲਈ ਤਾਰਾ ਹੁਣ ਤੱਕ ਘਰਦਿਆਂ ਸਾਹਮਣੇ ਨਹੀਂ ਸੀ ਹੋਇਆ। ਤਾਰੇ ਦੀ ਜ਼ਿੰਦਗੀ ਬਣਾਉਣ ਨਾਲ ਰੂਪ ਆਪਣੀ ਵੀ ਘਰ ਵਿੱਚ ਕਮਜ਼ੋਰ ਪੋਜੀਸ਼ਨ ਨਹੀਂ ਵੇਖ ਸਕਦੀ ਸੀ। ਦੁੱਲਾ ਸਿੰਘ ਨੇ ਤਾਰੇ ਨੂੰ ਸਕੂਲ ਖਰਚ ਬੰਦ ਕਰਨ ਦੀ ਧਮਕੀ ਦਿੱਤੀ। ਉਂਝ ਉਹ ਕੇਸਰ ਨੂੰ ਹੱਥੋਂ ਗਵਾ ਲੈਣ ਪਿੱਛੋਂ ਤਾਰੇ ਨੂੰ ਉਸ ਤਰ੍ਹਾਂ ਦਾ ਉਡਾਰ ਨਹੀਂ ਸੀ ਕਰਨਾ ਚਾਹੁੰਦਾ। ਇਸ ਤਰ੍ਹਾਂ ਉਸ ਦੀ ਆਪਣੀ ਵੀ ਬਦਨਾਮੀ ਹੁੰਦੀ ਸੀ। ਕੇਸਰ ਨੇ ਸਾਰਿਆਂ ਸਾਹਮਣੇ ਦਲੇਰੀ ਨਾਲ ਆਖਿਆ, ਤਾਰਿਆ, ਪੜ੍ਹਨੋਂ ਨਾ ਹਟੀ ਤੇ ਖਰਚ ਦਾ ਫਿਕਰ ਨਾ ਕਰੀ, ਅਸੀਂ ਹੋਰ ਔਖੇ ਹੋ ਲਵਾਂਗੇ। ਕੇਸਰ ਦੀ ਇੰਨੀ ਗੱਲ ਨੇ ਵਿਰੋਧੀਆਂ ਦੇ ਇਰਾਦਿਆਂ ਦੀ ਰੀੜ ਤੋੜ ਸੁੱਟੀ। ਉਹਨਾਂ ਸਮਝਿਆ ਦੋਵੇਂ ਜ਼ਿੱਦੀਏ ਬੰਦੇ ਹਨ, ਵੱਡੀ ਗੱਲ ਨਹੀਂ ਕਿ ਜ਼ਿੱਦ ਪੁਗਾ ਵੀ ਜਾਣ। ਉਹਨਾਂ ਆਪਣੇ ਆਪ ਵਿੱਚ ਬੁੜਬੁੜ ਤਾਂ ਜ਼ਰੂਰ ਕੀਤੀ, ਪਰ ਤਾਰੇ ਦੇ ਸਾਕ ਬਾਰੇ ਹਮੇਸ਼ਾ ਲਈ ਚੁੱਪ ਸਾਧ ਲਈ। ਰੂਪ ਨੂੰ ਇਉਂ ਜਾਪਿਆ ਜਿਵੇਂ ਉਸਦਾ ਇਰਾਦਾ ਚੜ੍ਹਦੇ ਦਾ ਸੂਰਜ ਹੋ ਗਿਆ ਏ। ਸ਼ੇਰਿਆਣੇ ਤੋਂ ਉਹ ਨੂਰਪੁਰ ਆ ਗਏ। ਬੇਜੀ ਨੂੰ ਰੂਪ ਕੋਲ ਰਹਿਣ ਲਈ ਕੇਸਰ ਨੇ ਵੀ ਜ਼ੋਰ ਲਾਇਆ, ਪਰ ਉਹ ਬੂੜ ਸਿੰਘ ਨੂੰ ਛੱਡ ਕੇ ਜਾਣਾ ਕਿਸੇ ਤਰ੍ਹਾਂ ਵੀ ਨਾ ਮੰਨੀ। ਦੋਹਾਂ ਜੀਆਂ ਦਾ ਭਾਰ ਉਹ ਰੂਪ ਉੱਤੇ ਕਿਵੇਂ ਬਰਦਾਸ਼ਤ ਕਰ ਸਕਦੀ ਸੀ? ਕੇਸਰ ਅਤੇ ਰੂਪ ਅਨਪੜ੍ਹ ਮਾਲਣ ਦੇ ਅਸੂਲ ਦੀ ਪ੍ਰਸ਼ੰਸਾ ਕਰਦੇ ਮੰਡੀ ਆ ਗਏ। ਅਗਲੇ ਦਿਨ ਰੂਪ ਨੇ ਪੜ੍ਹਾਉਣ ਜਾਣਾ ਸੀ। ਉਸਦੀ ਖਾਹਸ਼ ਸੀ ਕਿ ਕੇਸਰ ਕਰਤਾਰ ਬਾਈ ਨੂੰ ਵੀ ਮਿਲ ਆਵੇ। ਉਹ ਚਾਹੁੰਦੀ ਸੀ ਕੇਸਰ ਵੇਖੇ ਮੈਂ ਕਿਸ ਤਰ੍ਹਾਂ ਦਾ ਭਰਾ ਪੈਦਾ ਕੀਤਾ ਹੈ। ਉਹ ਇਸ ਗੱਲ ਵਿੱਚ ਮਾਣ ਅਨੁਭਵ ਕਰਦੀ ਸੀ। ਅਗਲੇ ਦਿਨ ਕੇਸਰ ਰੂਪ ਨਾਲ ਰੱਤੇਵਾਲ ਚਲਾ ਗਿਆ। ਮਾਸਟਰ ਸ਼ਿਵਦੱਤ ਨੇ ਜਦ ਭਰੀ ਸਿਹਤ ਨਾਲ ਖੂਬਸੂਰਤ ਕੇਸਰ ਨੂੰ ਵੇਖਿਆ, ਉਸਦੀ ਟੀਰੀ ਅੱਖ ਦਾ ਆਨਾ ਪੁੱਠਾ ਹੋ ਗਿਆ। ਉਸ ਕਦੇ ਸੋਚਿਆ ਤੱਕ ਨਹੀਂ ਸੀ ਇਹਨਾਂ ਦੀ ਇੰਨੀ ਹੁਸੀਨ ਜੋੜੀ ਵੀ ਹੋਵੇਗੀ। ਪਤਾ ਲੱਗਣ ਤੇ ਕਰਤਾਰ ਸਕੂਲ ਆਇਆ ਤੇ ਕੇਸਰ ਨੂੰ ਨਿੱਘੇ ਵਿਸ਼ਵਾਸ ਨਾਲ ਮਿਲਿਆ। ਤੂਤ ਦੀ ਛਾਵੇਂ ਉਹ ਕਿੰਨਾ ਹੀ ਚਿਰ ਮੰਜੇ ਉੱਤੇ ਬੈਠੇ ਗੱਲਾਂ ਕਰਦੇ ਰਹੇ। ਸੁਮੇਰ ਉਹਨਾਂ ਨਾਲ ਘੁਲ ਰਿਹਾ ਸੀ। ਥੋੜਾ ਸਮਾਂ ਹੋਰ ਬੈਠਣ ਪਿੱਛੋਂ ਬਾਈ ਕੇਸਰ ਨੂੰ ਘਰ ਲੈ ਆਇਆ। ਕੇਸਰ ਨੇ ਬਾਈ ਦੀਆਂ ਸਿਫਤਾਂ ਬਹੁਤ ਸੁਣੀਆਂ ਸਨ। ਦੇਖਣ ਮਿਲਣ ਅਤੇ ਗੱਲਬਾਤ ਕਰਨ ਨਾਲ ਉਹ ਸਾਰੀਆਂ ਇੱਕ ਇੱਕ ਕਰਕੇ ਜੁੜਦੀਆਂ ਜਾ ਰਹੀਆਂ ਸਨ। ਸਕੂਲ ਛੁੱਟੀ ਕਰਕੇ ਰੂਪ ਵੀ ਘਰ ਆ ਗਈ।
ਰੂਪ ਪਹਿਲਾਂ ਵੀ 2 ਵਾਰ ਘਰ ਆ ਚੁੱਕੀ ਸੀ ਅਤੇ ਕਰਤਾਰ ਦੀ ਮਾਂ ਅਤੇ ਵਹੁਟੀ ਮਹਿੰਦਰ ਕੌਰ ਨੂੰ ਮਿਲ ਚੁੱਕੀ ਸੀ। ਮਹਿੰਦਰ ਕੌਰ ਦਾ ਅਨਪੜ੍ਹ ਹੋਣਾ ਰੂਪ ਨੂੰ ਮਾਨਸਿਕ ਤੌਰ ਤੇ ਚੁਭਿਆ ਸੀ। ਉਸ ਮਹਿੰਦਰ ਕੌਰ ਨੂੰ ਪੰਜਾਬੀ ਪੜ੍ਹਨ ਲਈ ਤਿਆਰ ਕਰ ਲਿਆ ਸੀ। ਉਸ ਆਉਂਦਿਆਂ ਹੀ ਮਹਿੰਦਰ ਕੌਰ ਤੋਂ ਪੁੱਛਿਆ, ਕਿਉਂ ਭਾਬੀ ਜੀ, ਪੜ੍ਹਾਈ ਅੱਜ ਤੋਂ ਸ਼ੁਰੂ ਕਰੀਏ ਜਾਂ ਕੱਲ ਤੋਂ? ਅੱਜ ਤਾਂ ਤੁਹਾਨੂੰ ਆਪਣੀਆਂ ਗੱਪਾਂ ਤੋਂ ਹੀ ਵੇਲ ਨਹੀਂ ਮਿਲਣੀ। ਮਹਿੰਦਰੋਂ ਹੱਸ ਪਈ। ਚੰਗਾ, ਤੂੰ ਵੀ ਗੱਪਾਂ 'ਚ ਆ ਜਾ। ਮੁਸਕਾਉਂਦੀ ਰੂਪ ਚੁਬਾਰੇ ਦੀਆਂ ਵਲਦਾਰ ਪੌੜੀਆਂ ਚੜ੍ਹਨ ਲੱਗੀ। ਨਹੀਂ, ਮੈਂ ਤਾਂ ਤੁਹਾਡੀ ਸੇਵਾ ਲਈ ਹਾਂ। ਮਹਿੰਦਰੋਂ ਨੇ ਚਾਹ ਜੱਗ ਵਿੱਚ ਉਲਟਾ ਲਈ ਜਿਹੜੀ ਉਸ ਤਿਆਰ ਕਰ ਰੱਖੀ ਸੀ। ਚਾਹ ਪੀਣ ਦਾ ਫੈਸਲਾ ਰੂਪ ਦੇ ਆਉਣ ਤੱਕ ਮੁਲਤਵੀ ਰਿਹਾ ਸੀ। ਰੂਪ ਦੇ ਪਿੱਛੇ ਹੀ ਮਹਿੰਦਰ ਚਾਹ ਲੈ ਕੇ ਆ ਗਈ। ਗਲਾਸ ਤਿੰਨੇ ਵੇਖ ਕੇ ਕਰਤਾਰ ਨੇ ਮੁਸਕਾਨ ਚੋਂ ਆਖਿਆ, ਤੂੰ ਆਪਣਾ ਗਲਾਸ ਨਹੀਂ ਲਿਆਈ? ਮੈਂ ਤੁਹਾਡੇ ਬਰਾਬਰ ਬਹਿਣ ਵਾਲੀ ਨਹੀਂ। ਇੰਨਾ ਕਹਿ ਕੇ ਉਹ ਪਿਛਾਂਹ ਮੁੜਨ ਲੱਗੀ ਤਦ ਕਰਤਾਰ ਨੇ ਬਾਂਹ ਫੜ ਲਈ। ਮੈਂ ਤਰਸ ਕੇ ਮਰ ਜਾਣਾ ਏ, ਪਰ ਤੂੰ ਬਰਾਬਰ ਬਹਿ ਕੇ ਕਦੇ ਚਾਹ ਨਹੀਂ ਪੀਣੀ। ਰੂਪ ਤੇ ਕੇਸਰ ਬਾਈ ਦੀ ਰੋਮਾਂਚਕਾਰੀ ਉੱਤੇ ਹੱਸਣੋਂ ਨਾ ਰਹਿ ਸਕੇ। ਮਹਿੰਦਰੋਂ ਨੇ ਬੇਪਰਵਾਹੀ ਨਾਲ ਆਖਿਆ, ਆਹੋ ਮੈਨੂੰ ਪਤਾ ਏ, ਪਿਆਰ ਕਰਨ ਵਾਲੇ ਬਹੁਤੀਆਂ ਗੱਲਾਂ ਨਹੀਂ ਮਾਰਦੇ ਹੁੰਦੇ। ਐਨੀ ਆਖ ਕੇ ਉਹ ਪੜ੍ਹੇ ਲਿਖੇ ਮਾਲਕ ਨੂੰ ਸ਼ਹਿ ਦੇ ਗਈ ਤੇ ਮੋੜ ਸੁਣਨ ਤੋਂ ਪਹਿਲਾਂ ਪੌੜੀਆਂ ਲੈ ਗਈ। ਊਂ ਜੱਟੀ ਦਾ ਜਿਗਰਾ ਹੀ ਏ। ਕਰਤਾਰ ਘਰਵਾਲੀ ਦੀ ਅਣਹੋਂਦ ਵਿੱਚ ਉਸ ਦੀ ਤਾਰੀਫ ਕਰ ਗਿਆ। ਬਾਈ, ਮੈਂ ਤੇਰੇ ਵਿਆਹ ਦੀ ਕਹਾਣੀ ਜ਼ਰੂਰ ਸੁਣਨੀ ਏ। ਜਗਰੂਪ ਇੱਕਦਮ ਹੀ ਹੱਸ ਪਈ। ਤੈਨੂੰ ਮਰ ਜਾਣੀ ਏ ਕਿਵੇਂ ਪਤਾ ਏ? ਮੈਨੂੰ ਬਿੱਕਰ ਦੀ ਬੀਬੀ ਦਿਆਲੀ ਨੇ ਇੱਕ ਦਿਨ ਗੱਲੀਂ ਦੱਸਿਆ ਸੀ। ਸਾਡੀ ਵੀ ਉਹੀ ਵਿਚੋਲੀ ਐ। ਕੇਸਰ ਨੂੰ ਚਾਹ ਨਾਲ ਇੱਕਦਮ ਦਿਲਚਸਪੀ ਮਿਲ ਗਈ। ਉਸ ਵੀ ਮੁਸਕਾਂਦਿਆਂ ਉਤਸ਼ਾਹ ਨਾਲ ਮੰਗ ਕਰ ਦਿੱਤੀ, ਬਾਈ ਜੀ ਜ਼ਰੂਰ ਹੋ ਜਾਵੇ। ਚੰਗਾ, ਚਾਹ ਪੀ ਲਵੋ। ਕਰਤਾਰ ਨੇ ਪ੍ਰਸੰਨਚਿਤ ਜਵਾਬ ਦਿੱਤਾ। ਉਸ ਨੂੰ ਆਪਣੀ ਪਿਆਰ ਜਿੱਤ ਉੱਤੇ ਬੜਾ ਫਖਰ ਸੀ। ਚਾਹ ਪੀਣ ਪਿੱਛੋਂ ਉਸ ਭਾਂਡੇ ਮੰਜੇ ਹੇਠ ਕਰ ਦਿੱਤੇ। ਚੁਬਾਰੇ ਦੀ ਕੰਧ ਨਾਲ ਢੋ ਲਾ ਕੇ ਉਸ ਲੱਤਾਂ ਦੀ ਕੰਘੀ ਵਲ ਲਈ ਤੇ ਆਖਣਾ ਸ਼ੁਰੂ ਕੀਤਾ, ਮਹਿੰਦਰੋਂ ਮੇਰੀ ਦੂਜੀ ਵਹੁਟੀ ਹੈ, ਪਹਿਲੀ ਮਰ ਗਈ ਸੀ। ਹਾਂ, ਮੈਨੂੰ ਪਤਾ ਏ। ਰੂਪ ਨੇ ਹੁੰਗਾਰਾ ਭਰਿਆ। ਮੈਂ ਸਾਲ ਭਰ ਕੋਈ ਸਾਕ ਨਾ ਲਿਆ। ਮਾਂ ਨਿੱਤ ਲੜਿਆ ਕਰੇ, ਇਸ ਮੁੰਡੇ ਦਾ ਕੀ ਬਣੇਗਾ। ਖੈਰ, ਸਾਕ ਮਹਿੰਦਰੋਂ ਦਾ ਬਾਪ, ਉਸ ਦਾ ਮਾਮਾ ਤੇ ਇੱਕ ਦੋ ਹੋਰ ਬੰਦੇ ਜ਼ੋਰ ਪਾ ਕੇ ਕਰ ਗਏ। ਉਹਨਾਂ ਦਿਨਾਂ 'ਚ ਮੈਂ ਕਾਫੀ ਉਡਾਰ ਹੋ ਚੁੱਕਾ ਸੀ। ਮੈਂ ਮੁੱਢੋਂ ਹੀ ਹੱਥੀਂ ਕੰਮ ਥੋੜ੍ਹਾ ਕੀਤਾ ਸੀ। ਯਾਰਾਂ ਦੀ ਢਾਣੀ ਨਾਲ ਸ਼ਿਕਾਰ ਦਾ ਸ਼ੌਕ ਜਨੂੰਨ ਬਣ ਚੁੱਕਾ ਸੀ। ਉਹਨਾਂ ਦਿਨਾਂ ਵਿੱਚ ਹੀ ਦੇਸ਼ ਆਜ਼ਾਦ ਹੋਣ ਨਾਲ ਵੰਡਿਆ ਗਿਆ। ਪਾਕਿਸਤਾਨ ਬਣ ਜਾਣ ਨਾਲ ਇੱਧਰ ਮੁਸਲਮਾਨ ਭਰਾਵਾਂ ਉੱਤੇ ਬਿਪਤਾ ਦੇ ਪਹਾੜ ਟੁੱਟ ਪਏ। ਇਸੇ ਤਰ੍ਹਾਂ ਪਾਕਿਸਤਾਨ ਵਿੱਚ ਹਿੰਦੂ ਸਿੱਖਾਂ ਨਾਲ ਹੋਈ। ਦੋਹਾਂ ਪਾਸੀ ਨਿਰਦੋਸ਼ ਗਰੀਬਾਂ ਦੇ ਕਤਲੇਆਮ ਨੇ ਮੇਰੀਆਂ ਸਿਆਸੀ ਤੌਰ ਤੇ ਪਹਿਲੀ ਵਾਰ ਅੱਖਾਂ ਖੋਲ੍ਹੀਆਂ। ਸਿਆਸੀ ਸੂਝ ਉਦੋਂ ਮੇਰੀ ਰੁਪਈਏ 'ਚੋਂ ਆਨਾ ਵੀ ਨਹੀਂ ਸੀ, ਪਰ ਮੈਂ ਲੁਟੇਰਿਆਂ ਅਤੇ ਕਾਤਲਾਂ ਦਾ ਰੱਜ ਕੇ ਵਿਰੋਧੀ ਸੀ। ਫਸਾਦ ਲੰਘ ਜਾਣ ਪਿੱਛੋਂ ਮੈਨੂੰ ਸਚਦੇਵ ਵਰਗੇ ਸਾਥੀਆਂ ਰਾਹੀਂ ਪਤਾ ਲੱਗਾ ਕਿ ਇਹ ਫਿਰਕੂ ਫਸਾਦ ਦੇਸੀ ਰਜਵਾੜਿਆਂ ਅਤੇ ਸਰਮਾਏਦਾਰਾਂ ਮਿੱਥ ਕੇ ਕਰਵਾਏ ਸਨ। ਇਸੇ ਕਾਰਨ ਮੇਰੀ ਇਹਨਾਂ ਨਾਲ ਲੱਗਦੀ ਤੁਰੀ ਆ ਰਹੀ ਹੈ। ਖੈਰ, ਮੈਂ ਆਪਣੇ ਯਾਰਾਂ ਦੀ ਢਾਣੀ ਵਿੱਚ ਥੋੜ੍ਹਾ ਪੜ੍ਹਿਆ ਲਿਖਿਆ ਤੇ ਦਿਲਚਸਪ ਗੱਪਾਂ ਮਾਰਨ ਦੇ ਕਾਰਨ ਆਗੂ ਹੀ ਸਮਝਿਆ ਜਾਂਦਾ ਸੀ। ਮੈਂ ਆਪਣੀ ਢਾਣੀ ਨੂੰ 2 ਲਾਇਸੈਂਸ ਦੇ ਹਥਿਆਰਾਂ ਤੇ ਕੁਝ ਨਾਜਾਇਜ਼ ਅਸਲੇ ਰਾਹੀਂ ਹਥਿਆਰਬੰਦ ਕਰ ਲਿਆ। ਨਾਜਾਇਜ਼ ਹਥਿਆਰਾਂ ਦੀ ਵਰਤੋਂ ਉਦੋਂ ਆਮ ਹੀ ਹੋ ਗਈ ਸੀ। ਅਸੀਂ ਉਦੋਂ ਬੰਗਲੌਰ ਸੀ। ਕੇਸਰ ਨੇ ਇਸ ਤਰ੍ਹਾਂ ਦੱਸਿਆ ਜਿਵੇਂ ਉਸ ਨੂੰ ਕੁਝ ਵੀ ਪਤਾ ਨਹੀਂ ਸੀ। ਆਪਣੇ ਪਿੰਡ ਦੇ ਆਲੇ ਦੁਆਲੇ ਦੇ ਮੁਸਲਮਾਨ ਯਾਰਾਂ ਦੋਸਤਾਂ ਨੂੰ ਅਸਾਂ ਬਚਾਉਣਾ ਸ਼ੁਰੂ ਕਰ ਦਿੱਤਾ। ਸਾਡੀ ਸਾਰੀ ਢਾਣੀ ਨੌਜਵਾਨ ਮੁੰਡਿਆਂ ਦੀ ਹੀ ਸੀ। ਸਾਡੇ ਐਸ ਗੁਰਦੁਆਰੇ ਵਿੱਚ ਸਾਨੂੰ ਟੋਡੀਆਂ ਦੇ ਗਦਾਰ ਅਤੇ ਗੁਰੂ ਤੋਂ ਬੇਮੁਖ ਆਖਿਆ। ਅੱਜ ਸਾਡੇ ਸਾਹਮਣੇ ਅੱਖਾਂ ਨਹੀਂ ਚੁੱਕਦੇ ਵੱਡੇ ਦੇਸ਼ ਭਗਤ। ਪਤਾ ਨਹੀਂ ਅਸੀਂ ਸੱਚੇ ਸਾਂ ਜਾਂ ਕੋਈ ਹੋਰ ਗੱਲ ਸੀ। ਮੁਸਲਮਾਨਾਂ ਨੂੰ ਬਚਾਉਣ ਲਈ ਸਾਨੂੰ ਜੋਸ਼ ਨਾਲ ਇੱਕ ਵੱਡੀ ਖੁਸ਼ੀ ਵੀ ਹੁੰਦੀ ਸੀ, ਜਿਸ ਨੂੰ ਮੈਂ ਅੱਜ ਵੀ ਜ਼ਾਹਰ ਨਹੀਂ ਕਰ ਸਕਦਾ। ਸਾਨੂੰ ਲੁਟੇਰਿਆਂ ਤੋਂ ਕਦੇ ਡਰ ਨਹੀਂ ਸੀ ਆਇਆ। ਕਈ ਵਾਰੀ ਸਾਡੀ ਲੁਟੇਰਿਆਂ ਨਾਲ ਸਾਹਮਣੀ ਟੱਕਰ ਹੋ ਚੁੱਕੀ ਸੀ, ਪਰ ਅਸੀਂ ਗੀਦੀਪੁਣਾ ਕਿਤੇ ਵੀ ਨਹੀਂ ਸੀ ਵਿਖਾਇਆ। 4 ਘੋੜੀਆਂ, 4 ਬੰਦੂਕਾਂ, 2 ਰਾਈਫਲਾਂ ਅਤੇ 3 ਪਿਸਤੌਲਾਂ ਨਾਲ ਸਾਰੇ ਹੀ ਇੱਕੋ ਜਿਹੇ ਜਿੱਥੇ ਜਾ ਪੈਂਦੇ ਲੁਟੇਰੇ ਜੱਟਾਂ ਦਾ ਮਕਿਆਟ ਕੱਢ ਦਿੰਦੇ ਸਾਂ। ਇੱਕ ਵਾਰ ਅੰਨੇ ਜੋਸ਼ 'ਚ ਅਸੀਂ ਥਾਣੇਦਾਰ ਤੋਂ 2 ਮੁਸਲਮਾਨ ਕੁੜੀਆਂ ਖੋਹ ਲਈਆਂ ਤੇ ਰਾਤੋਂ ਰਾਤ ਉਹਨਾਂ ਦੇ ਮਾਪਿਆਂ ਕੋਲ ਕੈਂਪ 'ਚ ਛੱਡ ਆਏ। ਥਾਣੇਦਾਰ ਬੜਾ ਚੀਕਿਆ। ਉਹ ਤਾਂ ਅਫਸਰਾਂ ਕੋਲ ਪਿੱਟਿਆ ਵੀ ਕਿ ਜਿਵੇਂ ਜੀ ਆਉਂਦੀ ਹੈ ਇਲਾਕੇ 'ਚ ਕਰਦੇ ਆ। ਉਸ ਐਲਾਨੀਆ ਕਹਿ ਦਿੱਤਾ ਕਿ ਇਹਨਾਂ ਬੰਦਿਆਂ ਨੂੰ ਮੈਂ ਕਿਸੇ ਟੱਕਰ 'ਚ ਲੈ ਕੇ ਗੋਲੀ ਮਾਰ ਦੇਣੀ ਹੈ। ਅਸੀਂ ਉਸ ਦੀਆਂ ਫੜਾਂ ਨੂੰ ਕੀ ਸਮਝਦੇ ਸੀ। ਸਹੁਰਿਆਂ ਨਾਲ ਵਲ ਪੈਣ ਵਾਲੀ ਗੱਲ ਇਉਂ ਹੋਈ ਕਿ ਮਸੀਤਾਂ ਪਿੰਡ ਦੇ ਸਾਡੇ ਹੁਸੈਨ ਸ਼ਿਕਾਰੀ ਯਾਰ ਦੀ ਭੈਣ ਉਧਾਲੀ ਦੱਬ ਵਾਲੀ ਆ ਗਈ। ਹੁਸੈਨ ਰਾਤ ਨੂੰ ਚੋਰੀ ਸਾਡੇ ਕੋਲ ਆਇਆ। ਉਸ ਆਉਂਦਿਆਂ ਹੀ ਧਾਹ ਮਾਰੀ, ਮੇਰੇ ਯਾਰੋਂ ਤਾਂ ਮੇਰੀ ਭੈਣ ਮੜਵਾ ਦਿਓ। ਨਹੀਂ, ਅਗਾਂਹ ਉਸ ਦਾ ਗਲ ਪਰ ਆਇਆ। ਮੈਂ ਉਸ ਨੂੰ ਹੌਸਲਾ ਦਿੱਤਾ ਕਿ ਤੂੰ ਰੋ ਨਾ। ਉਹ ਕਹਿ ਰਿਹਾ ਸੀ, ਕੱਲ ਅਸੀਂ ਯਾਰ ਵੀ ਸਾਂ, ਭਰਾ ਵੀ ਸਾਂ। ਅੱਜ ਅਸੀਂ ਲੁੱਟੇ ਜਾ ਰਹੇ ਹਾਂ, ਅਸੀਂ ਵੱਢੇ ਜਾ ਰਹੇ ਹਾਂ। ਲੁੱਟ ਲਵੋ, ਵੱਢ ਲਵੋ, ਪਰ ਰੱਬ ਦੇ ਵਾਸਤੇ ਸਾਡੀਆਂ ਧੀਆਂ ਭੈਣਾਂ ਨੂੰ ਤਾਂ ਆਪਣੀਆਂ ਧੀਆਂ ਭੈਣਾਂ ਸਮਝੋ। ਮੈਨੂੰ ਤੇ ਮੇਰੀ ਭੈਣ ਨੂੰ ਨਿਸ਼ੰਕ ਗੋਲੀ ਮਾਰ ਦਿਓ। ਕਸਮ ਹੈ ਨਬੀ ਰਸੂਲ ਦੀ, ਜੋ ਹਯਾਤੀ ਲਈ ਵਾਸਤਾ ਪਾਈਏ।
ਪਰ ਉਸਨੂੰ ਇੱਕ ਵਾਰ ਉਸ ਗੱਲ ਫਿਰ ਵਿਚਕਾਰ ਛੱਡ ਦਿੱਤੀ। ਭਾਵੇਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਹੋ ਰਹੀਆਂ ਸਨ, ਪਰ ਯਾਰ ਹੁਸੈਨੇ ਦੀਆਂ ਗੱਲਾਂ ਨੇ ਸਾਡਾ ਅੰਦਰ ਚੀਰ ਸੁੱਟਿਆ। ਮੈਂ ਭਰੀਆਂ ਅੱਖਾਂ ਨਾਲ ਕਿਹਾ, ਹੁਸੈਨਿਆ ਤੂੰ ਫਿਕਰ ਨਾ ਕਰ, ਮੇਰੇ ਸਾਥੀ ਤੇਰੇ ਨਾਲ ਹੁਣੇ ਜਾਂਦੇ ਆ। ਮੈਂ ਦੱਬ ਵਾਲੀ ਮੰਗਿਆ ਹੋਇਆ, ਨਹੀਂ ਮੈਂ ਤੇਰੇ ਨਾਲ ਜ਼ਰੂਰ ਚੱਲਦਾ। ਹੁਸੈਨ ਕੋਲ ਆਪਣੀ ਬੰਦੂਕ ਸੀ, ਉਸ ਕਾਰਤੂਸ ਭਰ ਕੇ ਮੇਰੇ ਹੱਥਾਂ 'ਚ ਦੇ ਦਿੱਤੀ ਤੇ ਆਖਣ ਲੱਗਾ, ਜੇ ਤੂੰ ਨਹੀਂ ਜਾਣਾ ਤਾਂ ਮੇਰੀ ਅਲਖ ਬੰਦੂਕ ਨਾਲ ਇੱਥੇ ਮੁਕਾ ਦੇ, ਉਂਝ ਵੀ ਸਾਡਾ ਜਿਉਣ ਮੁੱਕੀ ਚੁੱਕਾ ਏ। ਮੈਂ ਹੁਸੈਨੇ ਨੂੰ ਜੱਫੀ ਪਾ ਲਈ ਤੇ ਝੱਟ ਪਿੱਛੋਂ ਹੀ ਅਸੀਂ ਘੋੜੀਆਂ ਦੱਬ ਵਾਲੇ ਨੂੰ ਛੇੜ ਦਿੱਤੀਆਂ। ਇਹ ਹੁਣ ਹੁਸੈਨੇ ਨੂੰ ਵੀ ਨਹੀਂ ਪਤਾ ਸੀ ਕਿ ਅਖਤਰੀ ਕਿਹਦੇ ਘਰ ਹੈ। ਮੈਂ ਅਖਤਰੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ। 3 ਮਹੀਨੇ ਪਹਿਲਾਂ ਅਖਤਰੀ ਦੇ ਵਿਆਹ ਤੇ ਜਾ ਕੇ ਆਇਆ ਸੀ। ਅਸੀਂ ਬਾਹਰ ਛੱਪੜ ਲਾਗੇ ਬੋੜ ਹੇਠਾਂ ਘੋੜੀਆਂ ਰੋਕ ਲਈਆਂ। 2 ਬੰਦੇ ਛੱਡਦਿਆਂ ਮੈਂ ਚੇਤਾਵਨੀ ਨਾਲ ਆਖਿਆ, ਬੰਦਾ ਮਾਰਨ ਤੋਂ ਬਚਾਉਣਾ ਏ, ਬਾਕੀ ਸਭ ਹੱਥ ਕੰਡੇ ਵਰਤ ਲੈਣੇ ਆ। ਹੋਰਨਾ ਥਾਣੇਦਾਰ 302 ਬਣਾ ਦੇਵੇ। ਬਾਹਰ ਨਵੇਕਲੇ ਘਰੋਂ ਆਦਮੀ ਜਿੰਨੀ ਉੱਚੀ ਕੰਧ ਟੱਪ ਕੇ ਅਸੀਂ ਇੱਕ ਬੰਦਾ ਜਗਾ ਲਿਆ। ਡਰ ਸਾਡੇ ਨੇੜੇ ਨਹੀਂ ਸੀ ਆਇਆ। ਉਹਨਾਂ ਦਿਨਾਂ 'ਚ ਸਹਿਮ ਇੰਨਾ ਛਾਇਆ ਹੋਇਆ ਸੀ ਕਿ ਰਾਤੀ ਪੈਣ ਵਾਲਿਆਂ ਨੂੰ ਭਰੋਸਾ ਨਹੀਂ ਸੀ ਹੁੰਦਾ ਕਿ ਸਵੇਰੇ ਜਿਉਂਦੇ ਜਾਗਦੇ ਉੱਠਾਂਗੇ। ਘਰ ਵਾਲੇ ਸਾਡੀਆਂ ਬੰਦੂਕਾਂ ਦੇਖ ਕੇ ਸਹਿਮ ਗਏ। ਜਨਾਨੀਆਂ ਰੌਲਾ ਪਾਉਣ ਲੱਗੀਆਂ, ਪਰ ਦੁਨਾਲਾਂ ਦੇ ਮੂੰਹ ਸਿੱਧੇ ਕਰਨ ਦੀ ਦੇਰ ਸੀ ਕਿ ਉਹਨਾਂ ਦੀਆਂ ਚੀਕਾਂ ਗਲਾਂ ਵਿਚਕਾਰ ਹੀ ਸੁੱਕ ਗਈਆਂ। ਉਸ ਬੰਦੇ ਨੂੰ ਬਾਹਰ ਲੈ ਜਾਂਦਿਆਂ ਅਸਾਂ ਘਰ ਵਾਲਿਆਂ ਨੂੰ ਖਬਰਦਾਰ ਕੀਤਾ ਕਿ ਜੇ ਰੌਲਾ ਪਾਇਆ, ਆਵਾਜ਼ ਕੱਢੀ, ਤੁਹਾਡੇ ਬੰਦੇ ਨੂੰ ਉਦੋਂ ਹੀ ਗੋਲੀ ਮਾਰ ਦਿਆਂਗੇ। ਬੰਦੇ ਨੂੰ ਹਾਲੇ ਤੱਕ ਇਹ ਨਹੀਂ ਪਤਾ ਸੀ ਕਿ ਮੈਨੂੰ ਕਿਉਂ ਜਗਾਇਆ ਹੈ। ਸਿੱਖਾਂ ਨੂੰ ਵੇਖ ਕੇ ਉਸਨੂੰ ਇਹ ਤਸੱਲੀ ਜ਼ਰੂਰ ਹੋ ਗਈ ਕਿ ਮੈਨੂੰ ਗੋਲੀ ਨਹੀਂ ਮਾਰਦੇ। ਜਦ ਮੈਂ ਉਸ ਤੋਂ ਪੁੱਛਿਆ ਕਿ ਪਰਸੋਂ ਮਸੀਤਾਂ ਪਿੰਡ ਦੇ ਮੁਸਲਮਾਨਾਂ ਦੀਆਂ ਕਿੰਨੀਆਂ ਕੁੜੀਆਂ ਇੱਥੇ ਆਈਆਂ ਹਨ, ਉਸ ਟਾਲ ਮਟੋਲ ਕਰਨੀ ਸ਼ੁਰੂ ਕਰ ਦਿੱਤੀ। ਹੁਸੈਨੇ ਨੇ ਵੱਟ ਕੇ ਉਹਦੇ ਚਪੇੜ ਮਾਰਿਆ। ਮੈਂ ਕਿਹਾ ਤੂੰ ਪਾਸੇ ਹੋ ਜਾ, ਮੈਂ ਇਸ ਦਾ ਹੁਣੇ ਕੰਮ ਮੁਕਾਨਾ। ਉਦੋਂ ਮਰੇ ਬੰਦੇ ਦਾ ਮੁੱਲ ਜੇ ਸਿੱਖ ਸੀ 4 ਮਣ ਲੱਕੜਾਂ ਤੇ ਮੁਸਲਮਾਨ ਸੀ 3.5 ਹੱਥ ਟੋਇਆ ਸੀ। ਜਦ ਮੈਂ ਉਸਦੀ ਹਿੱਕ ਨਾਲ ਬੰਦੂਕ ਲਾਈ, ਉਸਦੇ ਪੈਰਾਂ ਦੀ ਮਿੱਟੀ ਵੀ ਕੰਬ ਉੱਠੀ। ਆਖਣ ਲੱਗਾ, ਜੀ 3 ਨੇ, ਜ਼ਰਾ ਅੱਗੇ ਹੋ ਕੇ ਉਹਨਾਂ ਦੇ ਘਰ ਵੀ ਲੈ ਕੇ ਚੱਲ। ਮੈਂ ਧੱਕਾ ਮਾਰ ਕੇ ਸੂਹੇ ਨੂੰ ਅੱਗੇ ਲਾ ਲਿਆ। ਪਹਿਲੇ ਘਰੋਂ ਉਸ ਕੋਲੋਂ ਆਵਾਜ਼ ਮਰਵਾ ਕੇ ਬੂਹਾ ਖੁਲਵਾ ਲਿਆ। ਬਾਹਰ ਦੇ ਖੁੱਲ੍ਹਦਿਆਂ ਸਾਰ ਅਸੀਂ ਬੰਦਾ ਫੜ ਲਿਆ ਤੇ ਮੁਸਲਮਾਨ ਕੁੜੀ ਦੀ ਮੰਗ ਕੀਤੀ। ਉਸ ਕੋਈ ਹਿੱਚ ਨਾ ਕੀਤੀ ਤੇ ਸਾਨੂੰ ਅੰਦਰ ਲੈ ਜਾ ਕੇ ਕੁੜੀ ਸੰਭਾਲ ਦਿੱਤੀ। ਇਹ ਅਖਤਰੀ ਨਹੀਂ ਸੀ, ਪਰ ਪਿੰਡ ਦੇ ਹੁਸੈਨ ਨੂੰ ਵੇਖ ਕੇ ਕੁੜੀ ਨੇ ਹੌਸਲਾ ਫੜ ਲਿਆ। ਇੱਕ ਬੰਦਾ ਅਸਾਂ ਉਸ ਘਰ ਦਾ ਵੀ ਨਾਲ ਤੋਰ ਲਿਆ। ਦੂਜੀ ਕੁੜੀ ਕਿਹਦੇ ਘਰ ਆ ਓਏ? ਜੀ ਪਾਖਰ ਦੇ। ਉਹਨਾਂ ਦੋਹਾਂ ਇੱਕੋ ਸਾਹ ਕਹਿ ਦਿੱਤਾ। ਮੈਂ ਇੱਕਦਮ ਹੈਰਾਨ ਹੋ ਕੇ ਪੁੱਛਿਆ, ਪਾਖਰ ਦੀ ਆਪਣੀ ਭੈਣ ਕਿੱਥੇ ਮੰਗੀ ਹੈ? ਜੀ ਰੱਤੇਵਾਲ। ਇੰਨਾ ਸੁਣ ਕੇ ਹੁਸੈਨਾ ਘਬਰਾ ਗਿਆ। ਸ਼ਾਇਦ ਉਸ ਖਿਆਲ ਕੀਤਾ ਸੀ ਕਿ ਮੈਂ ਜਾਣੂ ਨਾ ਕਰ ਦੇਵਾਂਗਾ। ਮੈਂ ਚੁੱਪ ਵੱਟ ਕੇ ਸੂਇਆਂ ਨੂੰ ਅੱਗੇ ਲਾ ਲਿਆ। ਸੂਇਆਂ ਦੱਸਿਆ ਕਿ ਮੁਸਲਮਾਨ ਕੁੜੀ ਘਰ ਨਹੀਂ, ਬਾਹਰਲੀ ਹਵੇਲੀ ਰੱਖੀ ਏ। ਅਸੀਂ ਆਵਾਜ਼ਾਂ ਦਬਾ ਕੇ ਬਾਹਰ ਖੁਲਵਾਉਣਾ ਠੀਕ ਨਾ ਸਮਝਿਆ। 2 ਬੰਦਿਆਂ ਨੂੰ ਘੋੜੀਆਂ ਬਣਾ ਕੇ ਅਸੀਂ ਹਵੇਲੀ ਦੀ ਕੰਧ ਟੱਪੀ। ਦੂਜੇ ਸੂਹੇ ਨੂੰ ਵੀ ਨਾਲ ਉਤਾਰ ਲਿਆ। ਕੁੱਤਾ ਕੰਧ ਉੱਤੇ ਚੜ੍ਹਦਿਆਂ ਦੇ ਹੀ ਗਲ ਪੈ ਚੁੱਕਾ ਸੀ। ਹੁਸੈਨੇ ਨੇ ਕੁੱਤੇ ਦੇ ਮੂੰਹ ਵਿੱਚ ਦਨਾਲ ਦੇ ਦਿੱਤੀ। ਕੁੱਤਾ ਪਰੇ ਹੋ ਕੇ ਭੌਂਕਣ ਲੱਗਾ। ਕੋਈ ਮੰਜੇ ਤੋਂ ਉੱਠ ਕੇ ਅੰਦਰ ਨੂੰ ਨੱਸ ਗਿਆ। ਕੁੱਤੇ ਦੇ ਭੌਂਕਣ ਨਾਲ ਸ਼ਰਾਬੀ ਪਾਖਰ ਵੀ ਜਾਗ ਪਿਆ। ਉਸ ਅੱਬੜ ਵਾਹੇ ਉੱਠਦਿਆਂ ਕਿਹਾ, ਕੌਣ ਹੈ? ਬਸ ਹੁਣੇ ਦੱਸ ਦਿੰਨੇ ਆ। ਮੈਂ ਸਿਰ ਉੱਤੇ ਚੜ੍ਹਦਿਆਂ ਆਖਿਆ। ਇੱਕ ਪਲ ਕਰਤਾਰ ਬਾਈ ਨੇ ਆਪਣੇ ਸਰੋਤਿਆਂ ਵੱਲ ਵੇਖਿਆ। ਉਹ ਬਹੁਤ ਮਗਨ ਹੋ ਕੇ ਸੁਣੀ ਜਾ ਰਹੇ ਸਨ। ਬਾਈ ਨੇ ਕਹਾਣੀ ਅੱਗੇ ਤੋਰੀ। ਮੈਂ ਪਾਖਰ ਦੇ ਤਿਆਰ ਹੋਣ ਤੋਂ ਪਹਿਲਾਂ ਹੀ ਉਸਦੇ ਬੰਦੂਕ ਦਾ ਬੱਟ ਜਾ ਮਾਰਿਆ। ਹੁਸੈਨੇ ਨੇ ਮੈਨੂੰ ਰੋਕ ਲਿਆ। ਮੁਸਲਮਾਨ ਕੁੜੀ ਕਿੱਥੇ ਆ? ਮੈਂ ਇੱਕ ਥੱਪੜ ਹੋਰ ਜੜ ਦਿੱਤਾ। ਹੁਸੈਨਾ ਫਿਰ ਅੱਗੇ ਆ ਗਿਆ। ਇੱਥੇ ਹੀ ਸੀ, ਕਿੱਧਰ ਗਈ? ਪਾਖਰ ਹੋਰ ਵੀ ਹੈਰਾਨ ਹੋ ਗਿਆ। ਮੈਂ ਅੰਦਰ ਨੂੰ 4 ਕਦਮਾਂ ਪੁੱਟਦਿਆਂ ਪੁਕਾਰਿਆ, ਕੁੜੀਏ ਬਾਹਰ ਆ ਜਾ, ਨਹੀਂ ਗੋਲੀ ਮਾਰ ਦਿਆਂਗੇ। ਸਹਿਮੀ ਕੰਬਦੀ ਤੇ ਪਰਛਾਵਾਂ ਬਣੀ ਕੁੜੀ ਬਾਹਰ ਆ ਗਈ। ਮੈਂ ਅਖਤਰੀ ਨੂੰ ਪਛਾਣ ਲਿਆ। ਉਹ ਹੁਸੈਨੇ ਨੂੰ ਚੰਬੜ ਕੇ ਭੁੱਬਾਂ ਮਾਰਨ ਲੱਗ ਪਈ। ਕੁੜੀਏ ਹਰੋ ਨਾ, ਹੁਸੈਨਿਆ ਛੇਤੀ ਕਰ। ਮੈਂ ਆਖਦਿਆਂ ਬੰਦੂਕ ਦੀ ਖੁੱਜ ਜ਼ੋਰ ਨਾਲ ਪਾਖਰ ਦੀ ਛਾਤੀ 'ਚ ਮਾਰੀ। ਉਹ ਉਲਟ ਕੇ ਜਾ ਪਿਆ। ਹੁਸੈਨਾ ਅਖਤਰੀ ਨੂੰ ਪਰਾਂ ਝੰਜੋੜ ਕੇ ਮੇਰੇ ਅੱਗੇ ਫਿਰ ਆ ਖਲੋਤਾ। ਮੈਂ ਉਸਦੇ ਹਟਾਉਂਦਿਆਂ ਹਟਾਉਂਦਿਆਂ 2 ਲੱਤਾਂ ਧਰ ਦਿੱਤੀਆਂ। ਹੈਰਾਨ ਅਤੇ ਕੁੱਟ ਖਾ ਰਹੇ ਪਾਖਰ ਨੂੰ ਕੋਈ ਪਤਾ ਨਹੀਂ ਸੀ ਕਿ ਬਿੱਜ ਕਿੱਧਰੋਂ ਆ ਪਈ ਹੈ। ਉਸ ਅੱਗੇ ਲੱਗ ਕੇ ਬਾਹਰ ਖੋਲ੍ਹਿਆ। ਮੈਂ ਪਾਖਰ ਨੂੰ ਛੱਡਣਾ ਨਹੀਂ ਸੀ ਚਾਹੁੰਦਾ, ਪਰ ਹੁਸੈਨ ਨੇ ਉਸ ਨੂੰ ਅੰਦਰ ਹੀ ਧੱਕ ਦਿੱਤਾ। ਬਾਹਰ ਨੂੰ ਨਿਕਲਦਿਆਂ ਦੋਹਾਂ ਕੁੜੀਆਂ ਦੇ ਬਰਾਬਰ ਖਲੋਂਦਿਆਂ ਹੁਸੈਨ ਨੇ ਸਾਡਾ ਧੰਨਵਾਦ ਕੀਤਾ। ਮੈਂ ਹੁਸੈਨੇ ਦਾ ਮਕਸਦ ਪੂਰਾ ਹੋ ਗਿਆ ਸਮਝਦਿਆਂ ਬੜੇ ਗੁੱਸੇ ਨਾਲ ਆਖਿਆ, ਹੁਸੈਨਿਆ ਤੀਜੀ ਕੁੜੀ ਨਹੀਂ ਕਿਸੇ ਦੀ ਭੈਣ? ਪਿੰਡ ਕਿਵੇਂ ਬੂਕਦਾ ਸੀ ਪਤਾ ਏ? ਐਨੀ ਸੁਣਦਿਆਂ ਹੀ ਹੁਸੈਨਾ ਮਿੱਟੀ ਹੋ ਗਿਆ। ਮੈਂ ਸੂਇਆਂ ਨੂੰ ਅੱਗੇ ਤੁਰਨ ਲਈ ਬੰਦੂਕ ਦਾ ਇਸ਼ਾਰਾ ਕੀਤਾ। ਉਹ ਅੱਗੇ ਤੁਰ ਪਏ। ਅਸੀਂ ਜਿੱਧਰੋਂ ਵੀ ਲੰਘਦੇ ਸੀ ਕੁੱਤੇ ਭੌਂਕਣੋਂ ਨਹੀਂ ਸਨ ਹਟੇ। ਅਸੀਂ 5-7 ਘਰ ਹੀ ਵਧੇ ਹੋਵਾਂਗੇ ਕਿ ਪਾਖਰ ਨੇ 12 ਬੋਰ ਦਾ ਇੱਕ ਫਾਇਰ ਕਰ ਦਿੱਤਾ। ਮੇਰਾ ਮੱਥਾ ਠਣਕਿਆ। ਗੱਲ ਤਾਂ ਮਾੜੀ ਹੋ ਗਈ। ਮੈਂ ਰੌਲਾ ਪੈਣ ਦੇ ਡਰੋਂ ਹੀ ਪਾਖਰ ਨੂੰ ਛੱਡਣਾ ਨਹੀਂ ਸੀ ਚਾਹੁੰਦਾ। ਅਸੀਂ ਫਾਇਰ ਦਾ ਕੋਈ ਜਵਾਬ ਨਾ ਦਿੱਤਾ। ਫਿਰ
ਕੋਠੇ ਦੀ ਛੱਤ ਉੱਤੋਂ ਇੱਕ ਫਾਇਰ ਹੋਰ ਹੋ ਗਿਆ। ਮੈਂ ਆਪਣੇ ਸਾਥੀ ਕਾਲੇ ਨੂੰ ਆਖਿਆ, ਫਿਰ ਇਹਨਾਂ ਨੂੰ ਸ਼ੁਗਲਾ ਵਿਖਾਈਏ, ਥੋੜੇ ਕਿੱਤਿਆਂ ਤਾਂ ਇਹਨਾਂ ਟਿਕਣਾ ਵੀ ਨਹੀਂ। ਕਾਲਾ ਮੂੰਹ ਮੋੜ ਕੇ ਖਲੋ ਗਿਆ। ਅਸੀਂ ਕੋਠਿਆਂ ਉੱਤੋਂ ਦੀ 5 ਬੰਦੂਕਾਂ ਤੇ ਰਾਈਫਲਾਂ ਦੀ ਬਾੜ ਮਾਰੀ। ਕਾੜ-ਕਾੜ ਕਰਦੀਆਂ ਗੋਲੀਆਂ ਨੇ ਪਿੰਡ ਦੀ ਛਾਤੀ ਧੜਕਣ ਲਾ ਦਿੱਤੀ। ਮੁਸਲਮਾਨ ਕੁੜੀਆਂ ਤੇ ਸੂਹੇ ਤਰਬਕ ਕੇ ਰਹਿ ਗਏ। ਪਾਖਰ ਅਤੇ ਉਸ ਦਾ ਹਥਿਆਰ ਸਿਉਂਕ ਦੀ ਮਿੱਟੀ ਵਾਂਗ ਸੌਂ ਗਏ। ਸਾਰਾ ਪਿੰਡ ਅੰਦਰੇ ਅੰਦਰ ਜਾਗ ਪਿਆ। ਜਦ ਤੀਜੇ ਘਰ ਅੱਗੇ ਆਏ ਤਾਂ ਉਹਨਾਂ ਦੇ ਵਿਹੜੇ ਦਾ ਦੀਵਾ ਜਗ ਰਿਹਾ ਸੀ। ਕੰਧ ਟੱਪ ਕੇ ਹੁਣ ਅੰਦਰ ਨਹੀਂ ਸੀ ਉਤਰਿਆ ਜਾ ਸਕਦਾ। ਸ਼ਾਇਦ ਕੋਈ ਅੰਦਰ ਹਥਿਆਰ ਭਰੀ ਬੈਠਾ ਹੋਵੇ। ਕੁੱਤਿਆਂ ਦੇ ਭੌਂਕਣ ਅਤੇ ਸਾਡੀ ਪੈੜ ਚਾਲ ਨੇ ਅੰਦਰਲੇ ਬੰਦਿਆਂ ਨੂੰ ਬਾਹਰਲੇ ਖਤਰੇ ਤੋਂ ਖਬਰਦਾਰ ਕਰ ਦਿੱਤਾ ਸੀ। ਉਹਨਾਂ ਝੱਟ ਦੀਵੇ ਨੂੰ ਫੂਕ ਮਾਰ ਲਈ। ਮੈਂ ਉੱਚੀ ਪੁਕਾਰ ਕੇ ਆਖਿਆ, ਘਰ ਵਾਲਿਓ, ਮੁਸਲਮਾਨ ਕੁੜੀਆਂ ਦੇ ਦੇਵੋ, ਅਸੀਂ ਤੁਹਾਨੂੰ ਕੁਝ ਨਹੀਂ ਆਖਦੇ। ਪਰ ਅੰਦਰਲਿਆਂ ਦੜ ਵੱਟ ਲਈ। ਅਸੀਂ ਆਪਣੇ ਸੂਹਿਆਂ ਤੋਂ ਵੀ ਆਵਾਜ਼ਾਂ ਮਰਵਾਈਆਂ, ਪਰ ਉਹਨਾਂ ਉੱਤੇ ਕੋਈ ਅਸਰ ਨਾ ਹੋਇਆ। ਕੁੜੀ ਛੱਡ ਕੇ ਜਾਣਾ ਸਾਨੂੰ ਵੀ ਮਿਹਣਾ ਸੀ। ਰਾਤ ਦੇ 3 ਵੱਜ ਚੁੱਕੇ ਸਨ। ਕਰਦੇ ਤਾਂ ਕੀ ਕਰਦੇ। ਇੰਨੇ ਨੂੰ ਇੱਕ ਪਾਸਿਓਂ ਪੱਕੇ ਰੋੜੇ ਪੈਣ ਲੱਗ ਪਏ ਤੇ ਅੰਦਰੋਂ ਇੱਕ ਫਾਇਰ ਵੀ ਹੋ ਗਿਆ। ਮਜਬੂਰ ਹੋ ਕੇ ਅਸਾਂ ਵੀ ਪਿਛਾਂਹ ਹਟ ਕੇ ਤਖਤਿਆਂ ਨੂੰ ਸਾਹਮਣੀਆਂ ਬਾੜਾਂ ਮਾਰੀਆਂ। ਰੱਬ ਦਾ ਸ਼ੁਕਰ ਅੰਦਰ ਕੋਈ ਨੁਕਸਾਨ ਨਹੀਂ ਸੀ ਹੋਇਆ। ਮੈਂ ਫਿਰ ਲਲਕਾਰ ਕੇ ਆਖਿਆ, ਕੁੜੀ ਕੰਧ ਤੋਂ ਦੀ ਬਾਹਰ ਟਪਾ ਦਿਓ, ਨਹੀਂ ਅੱਗ ਲਾ ਕੇ ਘਰ ਹੀ ਫੂਕਦੇ ਆਂ। ਕਾਲਿਆ, ਸੁੱਟ ਕਾਨੇ ਬਾਹਰ ਅੱਗੇ, ਜੱਟ ਨਹੀਂ ਐਵੇਂ ਸੂਤ ਆਉਂਦੇ। ਮੈਂ ਫੋਕਾ ਦਮਗਜਾ ਮਾਰਿਆ, ਪਰ ਅੰਦਰ ਇੱਕ ਚੀਕ ਚਿੰਗਾੜਾ ਪੈ ਗਿਆ। 2 ਮਿੰਟ ਹੀ ਨਹੀਂ ਸਨ ਲੱਗੇ ਕਿ ਕੁੜੀ ਅੰਦਰੋਂ ਕੰਧ ਉੱਤੇ ਆ ਗਈ। ਅਖਤਰੀ ਨੇ ਉਸ ਨੂੰ ਆਵਾਜ਼ ਮਾਰੀ, ਬਰਕਤੇ, ਆਪਣੀ ਬਾਈ ਐ। ਇੰਨੀ ਗੱਲ ਸੁਣਦਿਆਂ ਹੀ ਬਰਕਤੇ ਨੇ 10 ਫੁੱਟ ਉੱਚੀ ਕੰਧ ਤੋਂ ਛਾਲ ਮਾਰ ਦਿੱਤੀ। ਉਸ ਨੂੰ ਇੰਨੀ ਖੁਸ਼ੀ ਚੜ੍ਹ ਗਈ ਸੀ ਕਿ ਉਸ ਮਰ ਜਾਣ ਜਾਂ ਅੰਗ ਟੁੱਟ ਜਾਣ ਦੀ ਵੀ ਕੋਈ ਪਰਵਾਹ ਨਾ ਕੀਤੀ। ਅਸੀਂ ਸੂਹੀਆਂ ਨੂੰ ਛੱਡ ਦਿੱਤਾ ਤੇ ਪਹਿਲੇ ਤੋਂ ਆਪਣੀ ਸਖਤੀ ਦੀ ਮਾਫੀ ਮੰਗੀ। ਫਿਰ ਅਸੀਂ ਹੁਸੈਨੇ ਨਾਲ ਕੈਂਪ ਤੱਕ ਗਏ। ਮੈਂ ਅਖਤਰੀ ਤੇ ਦੂਜੀਆਂ ਕੁੜੀਆਂ ਨੂੰ ਪਿਆਰ ਦਿੱਤਾ। ਉਹਨਾਂ ਰੋ ਰੋ ਵਿਛੜਦਿਆਂ ਸਾਨੂੰ ਕਿੰਨੀਆਂ ਅਸੀਸਾਂ ਦਿੱਤੀਆਂ, ਮੈਂ ਕਹਿ ਨਹੀਂ ਸਕਦਾ। ਜਦ ਅਸੀਂ ਵਾਪਸ ਆਉਣ ਲੱਗੇ, ਹੁਸੈਨੇ ਨੇ ਧੰਨਵਾਦ ਕਰਦਿਆਂ ਆਪਣੀ ਬੰਦੂਕ ਸਾਨੂੰ ਦੇ ਦਿੱਤੀ ਤੇ ਬੋਲਿਆ, ਤੁਹਾਡੇ ਕੋਲ ਮੇਰੀ ਬੰਦੂਕ ਹੋਰ ਸਵਾਬ ਖੱਟੇਗੀ। ਜੇ ਤੁਸੀਂ ਇਸ ਦੀ ਵਰਤੋਂ ਨਾਲ ਕਿਸੇ ਮੁਸਲਮਾਨ ਦੀ ਜਾਨ ਬਚਾ ਸਕੋ, ਕਿਸੇ ਭੈਣ ਦੀ ਇੱਜ਼ਤ, ਮੈਂ ਖੁਦਾ ਦੀ ਦਰਗਾਹ ਵਿੱਚ ਹਮੇਸ਼ਾ ਹੱਥ ਫੈਲਾ ਕੇ ਦੁਆ ਕਰਾਂਗਾ, ਮਾਲਕ ਤੁਹਾਨੂੰ ਤੰਦਰੁਸਤੀ ਬਖਸ਼ੇ, ਇਸ ਤਰ੍ਹਾਂ ਦੇ ਨੇਕ ਕੰਮਾਂ ਲਈ ਤਾਕਤ ਦੇਵੇ। ਅਸੀਂ ਫਤਿਹ ਸਲਾਮ ਕਹਿ ਕੇ ਇੱਕ ਦੂਜੇ ਤੋਂ ਜੁਦਾ ਹੋਏ। ਪਿਛਲੇ ਸਾਲ ਹੁਸੈਨ ਮਿਲ ਕੇ ਗਏ। ਅਖਤਰੀ ਨੇ ਸਾਰੇ ਵੀਰਾਂ ਨੂੰ ਸਲਾਮ ਭੇਜਿਆ ਸੀ। ਬੜੀ ਨੇਕੀ ਦਾ ਕੰਮ ਕੀਤਾ ਤੁਸਾਂ। ਰੂਪ ਦੀਆਂ ਅੱਖਾਂ 'ਚ ਸਾਰੀ ਇਸਤਰੀ ਜਾਤੀ ਵੱਲੋਂ ਧੰਨਵਾਦ ਲਿਸ਼ਕ ਰਿਹਾ ਸੀ। ਬਾਈ ਕਹਾਣੀ ਕਹਿੰਦਾ ਗਿਆ। ਪਾਖਰ ਕੋਲੋਂ ਅਖਤਰੀ ਖੋਹ ਲੈ ਆਉਣ ਨਾਲ ਮੇਰੇ ਰਿਸ਼ਤੇ ਵਿੱਚ ਤਰੇੜ ਆ ਗਈ। 2-3 ਦਿਨ ਪਿੱਛੋਂ ਪਤਾ ਲੱਗ ਗਿਆ ਕਿ ਅਸੀਂ ਮੁਸਲਮਾਨ ਕੁੜੀਆਂ ਖੋਹ ਕੇ ਕੈਂਪ ਵਿੱਚ ਪਹੁੰਚਾਈਆਂ ਸਨ। ਪਾਖਰ ਨੂੰ ਸ਼ਾਇਦ ਅਖਤਰੀ ਲੈ ਜਾਣ ਦਾ ਘੱਟ ਗੁੱਸਾ ਸੀ, ਪਰ ਹਿੱਕ 'ਚ ਵੱਜੀਆਂ ਲੱਤਾਂ ਰੜਕ ਪਈਆਂ ਸਨ। ਉਸ ਘਰ ਵਿੱਚ ਸਾਫ਼ ਕਹਿ ਦਿੱਤਾ, ਮਹਿੰਦਰੋਂ ਨੂੰ ਮਾਰ ਦੇਣਾ ਮਨਜ਼ੂਰ ਹੈ, ਪਰ ਉੱਥੇ ਨਹੀਂ ਵਿਆਹੁਣਾ। ਅੱਛਾ, ਇਹ ਅੜੀ ਆ ਪਈ। ਰੂਪ ਦੇ ਆਖਣ ਵਿੱਚ ਐਤਕੀ ਵੀ ਬਾਈ ਦੀ ਬਹਾਦਰੀ ਦੀ ਪ੍ਰਸ਼ੰਸਾ ਬਣੀ ਹੋਈ ਸੀ। ਹਾਂ, ਬਾਈ ਅੱਗੇ ਬੋਲਿਆ, ਮੈਂ ਉੱਡਦਿਆਂ ਖਬਰਾਂ ਸੁਣੀਆਂ ਕਿ ਸਾਕ ਤੋਂ ਜਵਾਬ ਦੇਣ ਨੂੰ ਫਿਰਦੇ ਆ। ਮੈਂ ਆਪ ਉੱਥੇ ਵਿਆਹ ਕਰਾਉਣ ਲਈ ਤਿਆਰ ਨਹੀਂ ਸੀ। ਪਾਖਰ ਕਾਰਨ ਮੈਨੂੰ ਉਸ ਖਾਨਦਾਨ ਨਾਲ ਹੀ ਨਫ਼ਰਤ ਹੋ ਗਈ ਸੀ। ਇਹਨਾਂ ਉੱਡੀਆਂ ਗੱਲਾਂ ਨੂੰ ਆਪਣੇ ਹੱਕ ਵਿੱਚ ਸਮਝ ਕੇ ਮੈਂ ਬਿਲਕੁਲ ਗੱਲ ਨਾ ਗੌਲੀ। 3-4 ਮਹੀਨੇ ਰਾਮ ਰੌਲੇ 'ਚ ਬੀਤ ਗਏ। ਇੱਕ ਦਿਨ ਰੋਟੀ ਦੇ ਕੇ ਆਉਂਦੀ ਦਿਆਲੀ ਨੇ ਬੇਰੀ ਦੀ ਓਟ 'ਚ ਮੈਨੂੰ ਰੋਕ ਲਿਆ। ਦਿਓਰਾ, ਇੱਕ ਸੁਨੇਹਾ ਏ। ਦਿਓਰ ਬਣਨਾ ਏ ਕਿ ਜੀਜਾ? ਤੂੰ ਆਪਣੇ ਚਿੱਤ ਦੀ ਖੁਸ਼ੀ ਕਰ ਲੈ। ਮੈਂ ਵੀ ਹੱਸ ਕੇ ਅੱਗਾ ਵੜ ਲਿਆ। ਤੇਰੀ ਮਹਿੰਦਰੋਂ ਨੇ ਸੁਨੇਹਾ ਦਿੱਤਾ ਬਈ ਘਰ ਦੇ ਭਾਵੇਂ 100 ਵਾਰ ਨਾ ਮੰਨਣ, ਪਰ ਮੈਂ ਤੈਨੂੰ ਆਪਣਾ ਬਣਾ ਲਿਆ ਤੇ ਇਹ ਖੂਹ 'ਚ ਡਿੱਗੀ ਹੋਈ ਇੱਟ ਤੈਨੂੰ ਕੱਢਣੀ ਪੈਣੀ ਏ। ਦਿਆਲੀ ਨੇ ਸੁਨੇਹਾ ਦੇ ਕੇ ਮੈਨੂੰ ਹੈਰਾਨ ਕਰ ਦਿੱਤਾ। ਤੂੰ ਆਪਣੀ ਸਲਾਹ ਦੱਸ। ਇੱਕ ਗੱਲ ਮੈਂ ਤੈਨੂੰ ਆਖਦੀ ਆਂ, ਇਹੋ ਜੀ ਕੁੜੀ ਤੈਨੂੰ ਹੋਰ ਕਿਤੋਂ ਨਹੀਂ ਮਿਲਣੀ। ਦੇਖ ਭਾਬੀ, ਆਪਾਂ ਨੂੰ ਸਾਕਾਂ ਦਾ ਘਾਟਾ ਨਹੀਂ। ਉਹਨੂੰ ਆਖੀ ਮਾਪਿਆਂ ਤੋਂ ਪਰਵਾਰੀ ਹੋਣਾ ਚੰਗਾ ਨਹੀਂ ਹੁੰਦਾ। ਮੈਂ ਪੁਰਸ਼ਾਂ ਵਾਂਗ ਜਵਾਬ ਦੇ ਕੇ ਅਗਾਹ ਲੱਗ ਗਿਆ। ਮੈਂ ਇਸ ਗੱਲ ਨੂੰ ਕਈ ਦਿਨ ਸੋਚਦਾ ਰਿਹਾ। ਫਿਰ ਇਹ ਗੱਲ ਮੇਰੇ ਦਿਮਾਗ 'ਚੋਂ ਨਿਕਲ ਗਈ। ਮੈਂ ਹੋਰ ਸਾਕ ਲੈਣ ਦੀ ਸਲਾਹ ਕਰ ਲਈ। ਮੇਰੀ ਹੋਰ ਸਾਕ ਲੈਣ ਦੀ ਗੱਲ ਦਿਆਲੀ ਰਾਹੀਂ ਦੱਬ ਵਾਲੀ ਚਲੀ ਗਈ। ਥੋੜੇ ਦਿਨਾਂ ਪਿੱਛੋਂ ਹੀ ਦਿਆਲੀ ਇੱਕ ਚਿੱਠੀ ਲੈ ਕੇ ਆਈ। ਬਹੁਤਾ ਕੁਝ ਯਾਦ ਨਹੀਂ, ਪਰ ਮੋਟੇ ਤੌਰ ਤੇ ਲਿਖਿਆ ਸੀ, ਪਿਆਰੇ ਸਰਦਾਰ ਜੀ, ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਚਰਨਾਂ ਵਿੱਚ ਸੀਸ ਨਵਾ ਕੇ ਸਤਿ ਸ਼੍ਰੀ ਅਕਾਲ। ਮੈਂ ਜੋ ਕੁਝ ਤੁਹਾਨੂੰ ਮੰਨਣਾ ਸੀ ਮੰਨ ਚੁੱਕੀ ਹਾਂ। ਜੇ ਤੁਸੀਂ ਹੋਰ ਸਾਕ ਲੈਣਾ ਏ, ਮੈਨੂੰ ਨਿਮਾਣੀ ਨੂੰ ਇੱਕ ਪੁੜੀ ਜ਼ਹਿਰ ਦੀ ਭੇਜ ਦੇਣੀ। ਹੋਰ ਕੁਝ ਨਹੀਂ ਮੰਗਦੀ ਦਾਸੀ। ਬਹੁਤ ਜੇਰਾ ਹੀ ਕੁੜੀ ਦਾ। ਕੇਸਰ ਨੇ ਰੂਪ ਵੱਲ ਵੇਖਦਿਆਂ ਮਹਿੰਦਰੋ ਦੀ ਤਾਰੀਫ ਕੀਤੀ। ਉਹ ਮਨ 'ਚ ਰੂਪ ਨੂੰ ਕਹਿ ਰਿਹਾ ਸੀ, ਤੂੰ ਮੇਰੀ ਚਿੱਠੀ ਦਾ ਜਵਾਬ ਵੀ ਨਾ ਦੇ ਸਕੀ। ਹੁਣ ਚਿੱਠੀ ਪੜ੍ਹ ਕੇ ਮੈਂ ਵੀ ਝੰਜੋੜਿਆ ਗਿਆ। ਕਰਤਾਰ ਨੇ ਸਾਵਧਾਨ ਹੁੰਦਿਆਂ ਕਿਹਾ, ਮੈਂ ਆਪਣੇ ਯਾਰਾਂ ਕਾਲੇ
ਅੰਬੋ ਤੇ ਗੁਰਦਿਆਲ ਨੂੰ ਚਿੱਠੀ ਵਿਖਾਈ। ਬਸ ਫਿਰ ਕੀ ਸੀ, ਸਾਰੀ ਅੜ ਗਏ। ਕਾਲਾ ਆਖਣ ਲੱਗਾ, ਵਿਆਹੁਣੀ ਏ ਤਾਂ ਬਸ ਇਹੋ ਕੁੜੀ ਵਿਆਹਣੀ ਏ। ਜੇ ਰਾਹ ਵਿੱਚ ਮਿਰਜ਼ੇ ਵਾਲੀ ਹੋਈ, ਮੈਂ ਖੁਸ਼ੀ ਨੂੰ ਅੰਦਰ ਦੱਬ ਕੇ ਕਹਿ ਗਿਆ, ਮਿਰਜ਼ਾ ਬਾਜ ਭਰਾਵੇਂ ਮਾਰਿਆ। ਅੰਬੋ ਪੀਲੂ ਦੀ ਲੜੀ ਗਾ ਗਿਆ, ਬਾਈ ਸਾਡੇ ਜਿਉਂਦਿਆਂ ਤੇਰੇ ਤੱਕ ਸ਼ਰਾਹ ਨਹੀਂ ਆਊਗੀ। ਕਾਲੇ ਨੇ ਦਲੇਰੀ ਭਰੇ ਫਖਰ ਨਾਲ ਹਿੱਕ ਥਾਪੜੀ। ਚੰਗਾ, ਕੱਲ ਨੂੰ ਹੀ ਚੱਲਾਂਗੇ, ਜ਼ਰਾ ਬੰਦੇ ਮੰਗਵਾ ਲਾ 4-5। ਕਾਲੇ ਹੋਰਾਂ ਆਪਣੀਆਂ ਤਿਆਰੀਆਂ ਖਿੱਚ ਲਈਆਂ। ਸਾਡੇ ਕੋਲੇ 2 ਪੱਕੀਆਂ ਰਾਈਫਲਾਂ, 3 ਬੰਦੂਕਾਂ ਤੇ 2 ਪਿਸਤੌਲ ਜੁੜ ਗਏ ਸਨ। ਸਾਨੂੰ ਆਪਣੀ ਤਾਕਤ ਉੱਤੇ ਇੰਨਾ ਮਾਣ ਸੀ ਕਿ ਇੱਕ ਪਿੰਡ ਤੱਕ ਹੀ ਪੂਰੀ ਰਿਆਸਤ ਫੂਕ ਸੁੱਟਾਂਗੇ। ਦੱਬ ਵਾਲੀ ਦੀਆਂ ਪੈਲੀਆਂ 'ਚ ਅਸਾਂ ਘੋੜੀਆਂ ਖੁੱਲੀਆਂ ਚਰਨੀਆਂ ਛੱਡ ਦਿੱਤੀਆਂ। ਇੱਕ ਕਾਰੀ ਆਦਮੀ ਰਾਹੀਂ ਅਸੀਂ ਪਾਖਰ ਨੂੰ ਸੁਨੇਹਾ ਭੇਜ ਦਿੱਤਾ ਕਿ ਆਪਣੀ ਤਿਆਰੀ ਕਰ ਲਵੋ ਕਿ ਰੱਤੇ ਵਾਲੀਏ ਕਰਤਾਰ ਉਸਦੀ ਭੈਣ ਨੂੰ ਚੁੱਕਣ ਲਈ ਆ ਗਿਆ ਹੈ। ਸੁਨੇਹਾ ਪਹੁੰਚਦਿਆਂ ਹੀ ਪਿੰਡ ਵਿੱਚ ਤਰਥੱਲ ਪੈ ਗਿਆ। ਪਾਖਰ ਨੇ 2 ਲਾਇਸੈਂਸੀਏ ਤੇ 2 ਕੁ ਟੁੱਟੇ ਭੱਜੇ ਨਾਜਾਇਜ਼ ਹਥਿਆਰ ਇਕੱਤਰ ਕੀਤੇ। ਰਾਹ ਵਿੱਚ ਰੁੱਖ ਕੋਈ ਨਹੀਂ ਸੀ। ਸਾਰਾ ਪਿੰਡ ਕੋਠਿਆਂ ਉੱਤੇ ਚੜ੍ਹਿਆ ਮੀਲ ਭਰ ਤੋਂ ਸਾਨੂੰ ਅਤੇ ਚਰਦੀਆਂ ਘੋੜੀਆਂ ਨੂੰ ਵੇਖ ਰਿਹਾ ਸੀ। ਸਾਡਾ ਤਮਾਸ਼ਾ ਅੱਗੇ ਵੀ ਇਹ ਪਿੰਡ ਵੇਖ ਚੁੱਕਾ ਸੀ। ਜਦ ਘੋੜੀਆਂ ਦੀਆਂ ਲਗਾਮਾਂ ਬਾਹਾਂ 'ਚ ਤੇ ਬੰਦੂਕਾਂ ਮੋਢਿਆਂ 'ਚ ਪਾਈ, ਅਸੀਂ ਮੱਲਕ ਮੱਲਕ ਪਿੰਡ ਨੂੰ ਵਧੇ। ਕੋਠਿਆਂ ਦਾ ਰੌਲਾ ਸਾਡੇ ਤੱਕ ਪਹੁੰਚ ਗਿਆ। ਅਸੀਂ ਬੜੇ ਹੌਸਲੇ ਵਿੱਚ ਮੁਸਕਾਈ ਜਾ ਰਹੇ ਸਾਂ। ਅਸੀਂ ਹਾਲੇ ਬਹੁਤ ਦੂਰ ਸਾਂ ਕਿ ਪਿੰਡ ਵੱਲੋਂ ਫਾਇਰ ਸ਼ੁਰੂ ਹੋ ਗਿਆ। ਅਸੀਂ ਘੋੜੀਆਂ ਫਿਰ ਹਰੀਆਂ ਕਣਕਾਂ 'ਚ ਛੱਡ ਦਿੱਤੀਆਂ ਤੇ ਉੱਥੇ ਹੀ ਗੋਡੀ ਲਾ ਕੇ ਫਾਇਰਾਂ ਦੀ ਬਾਲੀ ਪਿੰਡ ਦੇ ਸਿਰ ਉੱਤੋਂ ਦੀ ਕੱਢ ਦਿੱਤੀ। ਲੋਕ ਇੱਕਦਮ ਛੱਤਾਂ ਤੇ ਡਿੱਗ ਪਏ ਤੇ ਢਿੱਡ ਘਸੀਟ ਕੇ ਛੇਤੀ ਥੱਲੇ ਉਤਰਨ ਲੱਗੇ। ਉਹਨਾਂ ਦੇ ਪਹਿਲੇ ਫਾਇਰ ਕੋਠਿਆਂ ਤੋਂ ਆਏ ਸਨ। ਦੂਜੇ ਫਾਇਰ ਮੇਰੇ ਸਹੁਰਿਆਂ ਦੀ ਹਵੇਲੀ ਦੇ ਵਿਹੜੇ 'ਚੋਂ ਆਉਣ ਲੱਗੇ। ਸਾਡੀ ਫਾਇਰਿੰਗ ਨਾਲ ਹਵੇਲੀ ਦੀ ਬਾਹਰਲੀ ਕੱਚੀ ਕੰਧ ਲਿਓੜ ਲੈ ਗਏ। ਅੱਜ ਵੀ ਹਵੇਲੀ ਦੇ ਤਖਤਿਆਂ 'ਚ ਗੋਲੀਆਂ ਦੀਆਂ ਮੋਰੀਆਂ ਹੋਈਆਂ ਪਈਆਂ ਹਨ। 15 ਮਿੰਟਾਂ ਪਿੱਛੋਂ ਹੀ ਫਾਇਰ ਬੰਦ ਹੋ ਗਏ। ਅਸੀਂ ਤਾਂ ਫਾਇਰ ਬੜੇ ਬਚਾ ਕੇ ਕੀਤੇ ਸਨ। ਉਹਨਾਂ ਦੇ ਕੱਚੇ ਫਾਇਰਾਂ ਦਾ ਸਾਨੂੰ ਕੋਈ ਖਤਰਾ ਨਹੀਂ ਸੀ। ਸਾਨੂੰ ਆਦਮੀ ਨੁਕਸਾਨੇ ਜਾਣ ਦਾ ਖਤਰਾ ਜ਼ਰੂਰ ਸੀ, ਪਰ ਰੱਬ ਵੱਲੋਂ ਹੀ ਬਚਾ ਰਿਹਾ। ਕਾਲੀ ਤੇ ਮੁੰਡਪੁਣੇ ਵਿੱਚ ਸਾਡਾ ਪ੍ਰੋਗਰਾਮ ਬਿਲਕੁਲ ਬੇਵਿਉਂਤਾ ਸੀ। ਸਾਡੀ ਮੂੜ ਮੱਤ ਨੂੰ ਕੁਦਰਤ ਨੇ ਫਤਿਹ ਦੇਣੀ ਸੀ, ਨਹੀਂ ਰੱਬ ਹੀ ਜਾਣਦਾ ਸੀ ਕਿਵੇਂ ਨਿਬੜਦੀ। ਗੁਰਦੁਆਰੇ ਵੱਲੋਂ ਬਾਹਾਂ ਚੁੱਕੀ ਕੁਝ ਵੱਡੀ ਉਮਰ ਦੇ ਬੰਦੇ ਹਿਆ ਕਰਕੇ ਸਾਡੇ ਵੱਲ ਵਧੇ। ਅਸੀਂ ਆਪਣਾ ਆਪ ਰੋਕ ਕੇ ਉਹਨਾਂ ਦਾ ਇੰਤਜ਼ਾਰ ਕੀਤਾ। ਨੇੜੇ ਆ ਕੇ ਉਹਨਾਂ ਫਤਿਹ ਆਖੀ ਤੇ ਠੰਡੇ ਪੈਣ ਲਈ ਸਾਨੂੰ ਅਪੀਲ ਕੀਤੀ। ਮੇਰੇ ਸਹੁਰੇ ਨੇ ਅੱਗੇ ਵੱਧ ਕੇ ਕਿਹਾ, ਕਾਕਾ ਤੂੰ ਇਉਂ ਸਾਡੀ ਵੱਢ ਨਾ, ਵਿਆਹ ਦਾ ਦਿਨ ਬੰਨ੍ਹ ਕੇ ਆ ਜਾਵੀਂ। ਜੇ ਤੁਸੀਂ ਰਾਜ਼ੀ ਹੋ, ਅੱਜ ਹੀ ਵਿਆਹ ਦਾ ਦਿਨ ਸਮਝ ਲੈਂਦੇ ਆ। ਤੁਸੀਂ ਤੋਰ ਦਿਓ, ਅਸੀਂ ਲੈ ਜਾਂਦੇ ਆ। ਮੈਂ ਉਹਨਾਂ ਨੂੰ ਨਰਮ ਪਿਆ ਵੇਖ ਕੇ ਥੋੜਾ ਆਕੜ ਗਿਆ। ਸਾਊਆ ਸਾਡੀ ਰਹਿੰਦੀ ਨਹੀਂ, ਮੇਰੀ ਦਾੜੀ ਵੱਲ ਵੇਖ। ਸਹੁਰੇ ਨੇ ਦਾੜੀ ਨੂੰ ਸੱਜਾ ਹੱਥ ਲਾਇਆ। ਤੇ ਮੁਕਾਬਲਾ ਕਰਨ ਵੇਲੇ ਰਹਿੰਦੀ ਸੀ। ਮੈਂ ਬੰਦੂਕ ਦਾ ਬੱਟ ਜ਼ਮੀਨ ਨਾਲ ਮਾਰਿਆ। ਉਹ ਤਾਂ ਮੁੰਡਾ ਅਵੈੜਾ ਏ। ਤੂੰ ਮਾਸੜਾ ਪਾਸੇ ਹੋ ਜਾ, ਪਹਿਲਾਂ ਪਾਖਰ ਵਾਲਾ ਅਵੈੜ ਪੁਣਾ ਕੱਢ ਲੈਣ ਦੇ। ਅੰਬੋ ਦਨਾਲੀ 'ਚ ਰੌਂਦ ਪਾਉਂਦਾ ਗੋਡੀ ਲਾ ਕੇ ਪੈ ਗਿਆ। ਨਾ ਓਏ ਗੱਭਰੂਆ, ਇੱਕ ਪੰਚਾਇਤੀ ਨੇ ਵਾਸਤਾ ਦਿੱਤਾ। ਬਿਲਕੁਲ ਸਫੈਦ ਦਾੜੀ ਵਾਲੇ ਬਜ਼ੁਰਗ ਨੇ ਬੇਨਤੀ ਕੀਤੀ, ਅਸੀਂ ਤੁਹਾਡੇ ਕੋਲ ਪੰਚਾਇਤੀ ਬਣ ਕੇ ਆਏ ਹਾਂ। ਪੰਚਾਇਤ ਨੂੰ ਤੁਸੀਂ ਧੱਕੋ ਨਾ, ਪੰਚਾਇਤ ਰੱਬ ਵਰਗੀ ਹੁੰਦੀ ਹੈ। ਸਾਡੀ ਬੇਨਤੀ ਹੈ ਹੱਥ ਬੰਨ੍ਹ ਕੇ, ਤੁਸੀਂ ਅੱਜ ਦੇ ਦਿਹਾੜੇ ਲਈ ਜ਼ਿੱਦ ਨਾ ਕਰੋ। ਸਰਦਾਰ ਹੋਰਾਂ ਦੀ ਨਹੀਂ ਵੱਡੀ ਨਹੀਂ, ਸਾਰੇ ਪਿੰਡ ਦੀ ਇੱਜ਼ਤ ਦਾ ਸਵਾਲ ਹੈ। ਪੰਚਾਇਤ ਤੁਹਾਨੂੰ ਵਚਨ ਦਿੰਦੀ ਹੈ, ਅਸੀਂ ਕੱਲ ਨੂੰ ਹੀ ਆਵਾਂਗੇ। ਮੈਂ ਕੰਮ ਰਾਸ ਆਉਂਦਾ ਵੇਖ ਨਰਮ ਪੈ ਗਿਆ। ਤੁਸੀਂ ਪੰਚਾਇਤ ਵਾਲੇ ਗੁਰਦੁਆਰੇ ਚੱਲ ਕੇ ਵਚਨ ਦਿਓ। ਨਹੀਂ ਬਾਈ, ਕਾਲੇ ਨੇ ਮੇਰੀ ਬਾਂਹ ਫੜ ਲਈ। ਪੰਚਾਇਤ ਨੂੰ ਗੁਰਦੁਆਰੇ ਨਹੀਂ ਲੈ ਕੇ ਜਾਣਾ। ਜੇ ਇਹ ਫਿਰ ਜਾਣਗੇ, ਨਿਸ਼ੰਗ ਫਿਰ ਜਾਣ। ਆਪਾਂ ਨਹੀਂ ਮਰ ਚੱਲੇ, ਆਪ ਬੰਦੂਕਾਂ ਨਹੀਂ ਟੁੱਟ ਚੱਲੀਆਂ। ਕਾਲੇ ਨੇ ਮੈਨੂੰ ਇੱਕ ਗਲਤੀ ਕਰਦੇ ਨੂੰ ਰੋਕ ਲਿਆ। ਇੱਕ ਗੱਲ ਹੋਰ ਵੀ ਹੈ, ਆਨੰਦ ਘਰ ਦੀ ਥਾਂ ਗੁਰਦੁਆਰੇ ਹੋਣਗੇ। ਮੈਂ ਇੱਕ ਸ਼ਰਤ ਹੋਰ ਵੀ ਅੱਗੇ ਰੱਖ ਦਿੱਤੀ। ਇਸ ਗੱਲ ਤੇ ਮੇਰੇ ਸਹੁਰੇ ਨੇ ਥੋੜੀ ਚੀਸ ਵੱਟੀ, ਪਰ ਦੂਜੇ ਪੰਚਾਇਤੀਆਂ ਦੇ ਆਖੇ ਉਸਨੂੰ ਮੰਨਣੀ ਹੀ ਪਈ। ਸਾਡੇ ਵਿਚਕਾਰ ਗੱਲ ਤੈਅ ਹੋ ਗਈ। ਅਸੀਂ ਖੁਸ਼ੀਆਂ 'ਚ ਦੁੜੰਗੇ ਮਾਰਦੇ ਵਾਪਸ ਆ ਗਏ। ਕਾਲੀ ਕਾਲੀ ਇੱਕ ਜੀਪ ਅਤੇ ਕਾਰ ਦਾ ਬੰਦੋਬਸਤ ਕੀਤਾ, ਸਿਰਫ 2 ਡਰਾਈਵਰਾਂ ਦੇ ਵਾਧੇ ਨਾਲ। ਅਗਲੀ ਸ਼ਾਮ ਅਸੀਂ ਬਣੇ ਤਣੇ ਹਥਿਆਰਬੰਦ ਜਨ ਬਣ ਕੇ ਚਲੇ ਗਏ। ਫਰਕ ਸਿਰਫ ਇੰਨਾ ਸੀ ਕਿ ਕੱਲ ਨਾਲੋਂ ਕੱਪੜੇ ਕੁਝ ਨਵੇਂ ਤੇ ਚੰਗੇ ਪਾਏ ਸਨ। ਇੱਧਰ ਪਿੱਛੇ ਮੇਰੀ ਮਾਂ ਦੀ ਜਾਨ ਸਹਿ ਕਰ ਰਹੀ ਸੀ। ਪਤਾ ਨਹੀਂ ਉੱਥੇ ਕੀ ਹੋਵੇਗਾ। ਸਵੇਰੇ ਬੜੇ ਟੌਰ ਨਾਲ ਸਾਡੇ ਆਨੰਦ ਹੋਏ। ਪਿੰਡ ਦੀ ਕੋਈ ਕੁੜੀ ਜਾਂ ਵਹੁਟੀ ਨਹੀਂ ਸੀ ਜਿਹੜੀ ਗੁਰਦੁਆਰੇ ਨਹੀਂ ਸੀ ਆਈ। ਚਾਹ ਪੀ ਲੈਣ ਪਿੱਛੋਂ ਕਾਲੇ ਨੇ ਮੁੱਛਾਂ ਨੂੰ ਵੱਟ ਚਾੜਦਿਆਂ ਕਿਹਾ, ਬਾਈ ਜ਼ਰਾ ਪਿੰਡ ਦੀਆਂ ਗਲੀਆਂ ਉਡੀਕਦੀਆਂ ਨੇ ਆਪਾਂ ਨੂੰ। ਪਿੰਡ ਵਿੱਚ ਫਿਰਨ ਨੂੰ ਅਸੀਂ ਸਾਰੇ ਕਾਲੇ ਸੀ। ਆਨੰਦਾਂ ਵੇਲੇ ਕੁੜੀਆਂ ਦੀਆਂ ਕੀਤੀਆਂ ਉਂਗਲਾਂ ਦੇ ਉੱਤਰ ਵੀ ਤਾਂ ਮੋੜਨੇ ਸਨ। ਮੋਢੀ ਬੰਦੂਕਾਂ ਅਤੇ ਗਲ 'ਚ ਪਿਸਤੌਲ ਪਾਈ ਅਸੀਂ ਦੱਬ ਵਾਲੀ ਵਿੱਚ ਮਾਰਚ ਕੀਤੀ। ਕਿਸੇ ਘਰ ਦੀ ਕੁੜੀ ਬੁੜੀ ਨਹੀਂ ਸੀ ਜਿਹੜੀ ਸਾਨੂੰ ਦੇਖਣ ਲਈ ਬਾਹਰ ਗਲੀ 'ਚ ਨਹੀਂ ਸੀ ਨਿਕਲੀ। ਅੰਬੋ ਹੋਰਾਂ ਨੇ ਮੈਨੂੰ ਟਿੱਕਾ ਜੀ ਕਹਿਣਾ ਸ਼ੁਰੂ ਕਰ ਦਿੱਤਾ। ਇੱਕ ਗਲੀ 'ਚ ਕੁੜੀਆਂ ਬੁੜੀਆਂ ਨੇ ਸਾਨੂੰ ਅੱਗੋਂ ਘੇਰ ਲਿਆ। ਇੱਕ ਅਧਖੜ ਜਨਾਨੀ ਨੇ ਮੈਨੂੰ ਪਿਆਰ ਦਿੰਦਿਆਂ ਗੱਲ 'ਚ ਤਾਰੀ, ਪ੍ਰਾਹੁਣਿਆ ਸਾਡੀ ਕੁੜੀ ਤੇਰੇ ਨਾਲੋਂ ਸੋਹਣੀ ਹੈ, ਪਰ ਤੁਹਾਡੀ ਕੁੜੀ ਲਈ ਜਾਨ ਵੀ ਤਾਂ ਮੈਂ ਹੀ ਹੂਲ ਸਕਦਾ ਸੀ।
ਐਨੀ ਆਖ ਕੇ ਮੈਂ ਛਾਤੀ ਚੌੜੀ ਕਰ ਲਈ। ਕੁੜੀਆਂ ਦਾ ਗੁਲਛਾੜਿਆ ਜਜ਼ਬਾ ਮੇਰੇ ਉੱਤੋਂ ਕੁਰਬਾਨ ਹੋਇਆ ਪਿਆ ਸੀ। ਰੂਪ ਭੈਣੇ, ਇਸ ਤਰ੍ਹਾਂ ਤੇਰੀ ਮਹਿੰਦਰੋ ਭਾਬੀ ਨੂੰ ਅਸੀਂ ਗੋਲੀਆਂ ਦੀ ਛਾਂ ਹੇਠਾਂ ਵਿਆਹ ਕੇ ਲਿਆਏ। ਕਰਤਾਰ ਬਾਈ ਨੇ ਆਪਣੀ ਰੋਮਾਂਸ ਕਥਾ ਦਾ ਅੰਤ ਕਰ ਦਿੱਤਾ। ਸਦਕੇ ਬਾਈ ਜੀ, ਤੁਹਾਡੇ ਵੀ ਸਿਦਕ ਨਿਭਾਉਣ ਦੇ। ਰੂਪ ਨੇ ਰਜਵੀਂ ਪ੍ਰਸ਼ੰਸਾ ਵਜੋਂ ਕਿਹਾ। ਚਲੋ ਉੱਠੋ ਸਰਦਾਰ ਜੀ, ਸ਼ਾਇਦ ਅੱਜ ਬੱਸ ਵੀ ਨਾ ਮਿਲੇ। ਮੁੜ ਰੂਪ ਨੇ ਘੜੀ ਵੇਖੀ। ਬੱਸ ਤੁਹਾਨੂੰ ਨਾ ਮਿਲੇ, ਕੱਲ ਤੋਂ ਚੱਲਣੀਆਂ ਬੰਦ ਕਰ ਦਿਆਂਗੇ। ਕਰਤਾਰ ਨੇ ਪੂਰੇ ਜਬੇ ਤੇ ਤਸੱਲੀ ਨਾਲ ਕਿਹਾ। ਤੁਹਾਡਾ ਬਾਈ ਸਭ ਸੱਚ ਹੈ। ਕੇਸਰ ਵੀ ਬਾਈ ਦੀ ਤਾਰੀਫ ਕਰ ਗਿਆ। ਉਹਨਾਂ ਸੁੱਤੇ ਪਏ ਸਮੇਰ ਨੂੰ ਜਗਾਇਆ ਅਤੇ ਪੌੜੀਆਂ ਉੱਤਰ ਆਏ। ਥੱਲੇ ਆ ਕੇ ਰੂਪ ਮਹਿੰਦਰੂ ਨੂੰ ਥਾਪੀਆਂ ਦੇਣੋਂ ਨਹੀਂ ਹਟਦੀ ਸੀ। ਬਸ ਭਾਬੀ, ਜਿੰਨਾ ਚਿਰ ਤੇਰੇ ਵਰਗੀਆਂ ਦਿਲ ਜੇਰੇ ਵਾਲੀਆਂ ਕੁੜੀਆਂ ਪੈਦਾ ਨਹੀਂ ਹੁੰਦੀਆਂ, ਇਸ ਸਮਾਜ ਵਿੱਚ ਨਰੜ ਹੋਣੋਂ ਨਹੀਂ ਹਟਣੇ। ਮੈਂ ਤਾਂ ਸਮਝਦੀ ਹਾਂ ਬੀਬੀ, ਜਿੰਨਾ ਚਿਰ ਤੇਰੇ ਵਰਗੀਆਂ ਪੜ੍ਹੀਆਂ ਲਿਖੀਆਂ ਨਹੀਂ ਹੁੰਦੀਆਂ। ਸਾਰੇ ਮਹਿੰਦਰੋ ਦੀ ਗੱਲ ਤੇ ਤਾੜੀ ਮਾਰ ਕੇ ਹੱਸ ਪਏ। ਕੁਵੇਲਾ ਵੇਖ ਕੇ ਕਰਤਾਰ ਸੜਕ ਤੱਕ ਉਹਨਾਂ ਦੇ ਨਾਲ ਗਿਆ।